ਉਧਵ ਠਾਕਰੇ ਨੇ ਸ਼ਰਦ ਪਵਾਰ ਤੇ ਉਹਨਾਂ ਦੇ ਸਾਥੀਆਂ ਨਾਲ ਸਾਂਝ ਪਾ ਕੇ ਸਰਕਾਰ ਬਣਾ ਲਈ ਤੇ ਭਾਰਤੀ ਜਨਤਾ ਪਾਰਟੀ ਸੱਤਾ ਤੋਂ ਬਾਹਰ ਹੈ। ਜਿੰਨੀਆਂ ਮਨਮਰਜ਼ੀਆਂ ਉਧਵ ਠਾਕਰੇ ਕਰ ਰਹੇ ਨੇ ਉਹ ਬੀਜੇਪੀ ਨੂੰ ਭਾਉਂਦੀਆਂ ਨਹੀਂ। ਰਾਜਨੀਤੀ ਅਜੇ ਵੀ ਭਾਰੂ ਹੈ। ਮਮਤਾ ਬੈਨਰਜੀ ਦੀ ਤੇ ਮੋਦੀ ਦੀ ਵੈਸੇ ਹੀ ਘੱਟ ਬਣਦੀ ਹੈ। ਜੇ ਕਿਸੇ ਨੇ ਮੋਦੀ ਦੇ ਖਿਲਾਫ ਪਿਛਲੇ 6-7 ਮਹੀਨਿਆਂ ਜਾਂ ਸਾਲ ਇੱਕ ਦੇ ਵਿੱਚ ਠੋਕ ਕੇ ਸਟੈਂਡ ਲਿਆ ਤੇ ਮਮਤਾ ਬੈਨਰਜੀ ਉਹਨਾਂ ਵਿੱਚੋਂ ਇੱਕ ਹੈ। ਹੁਣ ਮਮਤਾ ਬੈਨਰਜੀ ਨੇ ਕਿਹਾ ਕਿ ਮੈਂ ਬਹੁਤ ਇਸ ਦੇਸ਼ ਵਿੱਚ ਪ੍ਰਧਾਨ ਮੰਤਰੀ ਦੇਖੇ ਨੇ ਪਰ ਇੰਨਾ ਬੇਸ਼ਰਮ ਪ੍ਰਧਾਨ ਮੰਤਰੀ ਪਹਿਲੀ ਵਾਰੀ ਦੇਖਿਆ। ਸਰਕਾਰ ਨੂੰ ਅਜੇ ਵੀ ਧਿਆਨ ਦੇਣਾ ਚਾਹੀਦਾ ਹੈ। ਟੀਕਾਕਰਨ ਹੀ ਸਾਨੂੰ ਨਿਜਾਤ ਦਾ ਜਿਹੜਾ ਲਫ਼ਜ਼ ਹੈ ਨਾ ਇਸ ਵੱਲ ਲੈ ਕੇ ਜਾ ਸਕਦਾ ਹੈ, ਨਹੀਂ ਤੇ ਰਾਹਤ ਹੀ ਆ ਜੇ ਸਾਡੇ ਪੱਲੇ। ਕਿਸਾਨੀ ਇਸ ਵੇਲੇ ਬਹੁਤ ਔਖੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ। ਕਿਸਾਨ ਇਸ ਤਰ੍ਹਾਂ ਸੜਕਾਂ ਤੇ ਰੋਲ ਰਹੇ ਨੇ। ਅੱਜ ਵੀ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ ਸੜਕਾਂ ਤੇ ਕਿਸਾਨ। ਬਿਜਲੀ ਦਾ ਸੰਕਟ ਤਾਂ ਹੈ ਹੀ ਆ ਤੇ ਸਿੱਧੂ ਇੱਕ ਨਵਾਂ ਮੰਤਰ ਦੇ ਰਹੇ ਨੇ। ਸਿੱਧੂ ਨੇ ਜਿੰਨੇ ਇੱਕ ਟਵੀਟ ਕੀਤੇ ਨੇ ਉਹ ਕਹਿੰਦੇ ਨੇ ਕਿ ਦਿੱਲੀ ਮਾਡਲ ਫੇਲ ਹੈ। ਦਿੱਲੀ ਮਾਡਲ ਪੰਜਾਬ ਵਿੱਚ ਨਹੀਂ ਚੱਲਣਾ। ਪੰਜਾਬ ਨੂੰ ਬਚਾਉਣ ਦਾ ਜਿਹੜਾ ਪੰਜਾਬ ਮਾਡਲ ਉਹ ਕਹਿੰਦੇ ਚਾਹੀਦਾ ਹੈ ਕਿ ਦਿੱਲੀ ਤੋਂ ਮੋਹਰ ਲੱਗੇਗੀ ਜਿੱਥੇ ਤੁਸੀਂ ਜਾ ਕੇ ਹਰ ਹਫ਼ਤੇ ਬਾਅਦ ਬੈਠਦੇ ਹੋ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਪ੍ਰੋਗਰਾਮ ਹੈ ਵਿਚਾਰ ਚਰਚਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਮੋਦੀ ਮੰਤਰੀ ਮੰਡਲ ਦੇ ਵਿਸਥਾਰ ਦੀ ਜਰਾ ਕੁ ਵਿਸਥਾਰ ਦੇ ਨਾਲ ਗੱਲ ਕਰਾਂਗੇ। ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੰਨ ਵਿੱਚ ਕਿਹੜੀ ਫੂਕ ਮਾਰੀ ਹੈ, ਕੌੜੇ ਮਿੱਠੇ ਕਿਹੜੇ ਸਬਕ ਦਿੱਤੇ ਨੇ, ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ। ਇਸ ਤੋਂ ਇਲਾਵਾ ਕਿਸਾਨ ਅੰਦੋਲਨ ਦੀ ਗੱਲ ਕਰਾਂਗੇ ਕਿ ਹੁਣ ਕਿਸਾਨ ਅੰਦੋਲਨ ਨੂੰ ਕਿੱਥੋਂ ਹਮਾਇਤ ਮਿਲ ਰਹੀ ਹੈ। ਹੋਰ ਵੀ ਬਹੁਤ ਸਾਰੇ ਮੁੱਦੇ ਨੇ ਜਿਹੜੇ ਅੱਜ ਚਰਚਾ ਦਾ ਵਿਸ਼ਾ ਹੋਣਗੇ। ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਥ ਦੇਣਗੇ ਸਾਡੇ ਮਾਹਿਰ ਮਹਿਮਾਨ ਸਰਦਾਰ ਕੁਲਦੀਪ ਸਿੰਘ ਹੀਰ ਜੀ। ਸਤਿ ਸ਼੍ਰੀ ਅਕਾਲ ਕੁਲਦੀਪ ਜੀ। ਸਤਿ ਸ਼੍ਰੀ ਅਕਾਲ ਸੁਪਰੀਤ ਜੀ। ਕੁਲਦੀਪ ਜੀ, ਪ੍ਰੋਗਰਾਮ ਦੀ ਸ਼ੁਰੂਆਤ ਮੋਦੀ ਮੰਤਰੀ ਮੰਡਲ ਤੋਂ ਹੀ ਕਰਦੇ ਹਾਂ, ਉਹਨਾਂ ਦੇ ਵਿਸਥਾਰ ਦੀ ਗੱਲ ਕਰਦੇ ਹਾਂ। ਕੀ ਕੁਝ ਤਬਦੀਲੀਆਂ ਕੀਤੀਆਂ ਨੇ ਤੇ ਕਿਹੜੀਆਂ ਛਾਂਟੀਆਂ ਹੋਈਆਂ ਨੇ? 15 ਕੈਬਨਿਟ ਮੰਤਰੀ ਤੇ 28 ਰਾਜ ਮੰਤਰੀ, ਕੁਝ ਪੁਰਾਣੇ ਚਿਹਰੇ ਕੁਝ ਨਵੇਂ ਜੀ। ਕੁਝ ਨੂੰ ਅਪਗ੍ਰੇਡ ਕਰਕੇ ਰਾਜ ਮੰਤਰੀ ਤੋਂ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ। ਮੈਂ ਜਾਣਕਾਰੀ ਲਈ ਦੱਸ ਦੇਵਾਂ ਕਿ ਰਾਜ ਮੰਤਰੀ ਦਾ ਦਰਜਾ ਥੋੜਾ ਜਿਹਾ ਛੋਟਾ ਹੁੰਦਾ ਹੈ ਜੀ। ਰਾਜ ਮੰਤਰੀ ਨੂੰ ਕਈ ਵਾਰ ਕੈਬਨਿਟ ਮੰਤਰੀ ਦੇ ਅਧੀਨ ਵੀ ਕੰਮ ਕਰਨਾ ਪੈਂਦਾ ਹੈ। ਫਿਰ ਵੀ ਮੰਤਰੀ ਤੇ ਮੰਤਰੀ ਹੈ ਜੀ। ਤੇ ਕਈ ਰਾਜ ਮੰਤਰੀਆਂ ਨੂੰ ਉਹਨੂੰ ਅਪਗ੍ਰੇਡ ਕਰਕੇ ਕੈਬਨਿਟ ਦਾ ਦਰਜਾ ਦੇ ਦਿੱਤਾ ਗਿਆ। ਜੀ। ਕਈਆਂ ਨੂੰ ਸਿੱਧੇ ਕੈਬਨਿਟ ਦੇ ਵਿੱਚ ਪੈਰਾਸ਼ੂਟ ਨਾਲ ਲੈਂਡ ਕੀਤਾ ਗਿਆ ਤੇ ਕਈਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਜੀ। ਹੁਣ ਇਹ ਵਿਸਥਾਰ ਬੜੇ ਮੌਕੇ ਸਿਰ ਹੋਇਆ ਜਾਪਦਾ ਹੈ। ਕੋਵਿਡ ਦੀ ਦੂਸਰੀ ਲਹਿਰ ਜਿਹੜੀ ਆ ਉਹ ਮੱਠੀ ਪੈ ਚੁੱਕੀ ਹੈ। 2 ਸੂਬਿਆਂ ਦੇ ਵਿੱਚ ਜਿਹੜੀਆਂ ਅਗਲੇ ਸਾਲ ਦੇ ਸ਼ੁਰੂ ਵਿੱਚ 2 ਜਾਂ 3 ਸੂਬਿਆਂ ਦੇ ਵਿੱਚ ਚੋਣਾਂ ਹੋਣੀਆਂ ਨੇ ਜੀ। ਵੱਡੀ ਉਥਲ ਪੁਥਲ ਹੈ। ਪੰਜਾਬ ਹੈ, ਉੱਤਰਾਖੰਡ ਹੈ, ਯੂਪੀ ਹੈ। ਸਾਰਾ ਕੁਝ ਦੇਖਣਾ ਹੈ ਸਰਕਾਰ ਨੇ। ਗਿਣਤੀਆਂ ਮਿਣਤੀਆਂ ਕਰਨੀਆਂ ਨੇ। ਬੰਗਾਲ ਦੇ ਵਿੱਚ ਕੀ ਕੁਝ ਹੋਇਆ ਉਹ ਵੀ ਦੇਖਿਆ। ਮਹਾਰਾਸ਼ਟਰ ਵਿੱਚ ਕਿਸ ਤਰ੍ਹਾਂ ਦੀ ਸਥਿਤੀ ਹੈ ਮੋਦੀ ਸਰਕਾਰ ਦੀ ਤੇ ਭਾਰਤੀ ਜਨਤਾ ਪਾਰਟੀ ਦੀ, ਉਸ ਨੂੰ ਵੀ ਦੇਖਣਾ ਬਣਦਾ ਜੀ। ਬਿਹਾਰ ਵੱਲ ਵੀ ਰਾਜਨੀਤੀ ਜਿਹੜੀ ਹੈ ਜਾਂਦੀ ਹੈ, ਉੱਥੇ ਕੀ ਸਥਿਤੀ ਬਣਦੀ ਹੈ। ਇਹ ਸਾਰੀਆਂ ਗੱਲਾਂ ਸਮੀਕਰਨ ਨਿਕਲ ਕੇ ਇਸ ਦੇ ਵਿੱਚੋਂ ਸਾਹਮਣੇ ਆਉਂਦੇ ਨੇ। ਉਹਦਾ ਲੇਖਾ ਜੋਖਾ ਜਿਹੜਾ ਉਹ ਕੀਤਾ ਜਾ ਰਿਹਾ ਸਾਰਿਆਂ ਵੱਲੋਂ। ਖਾਸ ਗੱਲ ਕਿਹੜੀ ਹੈ ਪੂਰੇ ਵਿਸਥਾਰ 'ਚ? 3 ਗੱਲਾਂ ਜਿਹੜੀਆਂ ਨੇ ਇਹਦੇ ਵਿੱਚੋਂ 3 ਵਿਅਕਤੀਆਂ ਦੇ ਨਾਮ ਜਿਹੜੇ ਨੇ ਜਿਹੜੇ ਹਰ ਵੇਲੇ ਟੀਵੀ ਤੇ ਛਾਏ ਰਹੇ ਪਿਛਲੇ ਘੱਟੋ ਘੱਟ 6 ਮਹੀਨਿਆਂ ਤੋਂ, ਡਾਕਟਰ ਹਰਸ਼ਵਰਧਨ ਜੀ, ਬਲਕਿ ਸਾਲ ਤੋਂ ਹੀ ਕਹਿ ਲਓ, ਤੇ ਪਿਛਲੇ 7-8 ਸਾਲਾਂ ਤੋਂ ਪ੍ਰਕਾਸ਼ ਜਾਵੜੇਕਰ ਜੀ ਤੇ ਰਵੀ ਸ਼ੰਕਰ ਪ੍ਰਸਾਦ। ਇਹ ਜਿਹੜਾ ਵੀ ਚੈਨਲ ਤੁਸੀਂ ਔਨ ਕਰਦੇ ਸੀ ਡਿਬੇਟ ਦੇ ਵਿੱਚ, ਜਿੱਥੇ ਵੀ ਕਿਤੇ ਲੜਾਈ ਲੱਗੀ ਹੁੰਦੀ ਸੀ, ਜਿਵੇਂ ਲੜਾਈ ਹੁੰਦੀ ਹੈ ਅੱਜ ਕੱਲ੍ਹ ਜੀ ਜੀ, ਉੱਥੇ ਇਹੋ ਹੀ ਫੌਜੀ ਜਿਹੜੇ ਸੀ ਭਾਜਪਾ ਵੱਲੋਂ ਜਾਂਦੇ ਸੀ। ਕਿਤੇ ਕਿਤੇ ਸੰਬਿਤ ਪਾਤਰਾ ਤੇ ਕੋਈ 1-2 ਹੋਰ ਆਗੂ ਉਹਨਾਂ ਦੇ ਵੇਖੇ ਜਾ ਸਕਦੇ ਨੇ, ਪਰ ਕੈਬਨਿਟ ਮੰਤਰੀਆਂ ਦੇ ਵਿੱਚੋਂ ਇਹੋ ਹੀ ਸੀਨੀਅਰ ਸਨ। ਡਾਕਟਰ ਹਰਸ਼ਵਰਧਨ ਨੂੰ ਤੇ ਇਸ ਤਰ੍ਹਾਂ ਜਾਪਦਾ ਹੈ ਕਿ ਉਹਨਾਂ ਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਗਿਆ। ਕਿਤੇ ਕੋਰੋਨਿਲ ਤਾਂ ਨਹੀਂ ਜੜ੍ਹਾਂ 'ਚ ਬਹਿ ਗਈ? ਕੋਰੋਨਿਲ ਜਾਂ ਕਰੋਨਾ ਦਾ ਓਵਰਆਲ ਪ੍ਰਕੋਪ ਤੇ ਉਸ ਦਾ ਇਸ ਦੇ ਦੇਸ਼ ਦੇ ਵਿੱਚ ਪਸਾਰ, ਉਸ ਦੇ ਇਲਾਜ ਦੇ ਵਿੱਚ ਰੁਕਾਵਟਾਂ, ਆਕਸੀਜਨ ਦੀ ਕਮੀ, ਮੌਤਾਂ ਦੇ ਅੰਕੜੇ
ਤੇ ਸਾਰੀ ਮਰੀਜ਼ਾਂ ਦੀ ਸਾਂਭ ਸੰਭਾਲ ਤੇ ਸਿਸਟਮ ਦਾ ਧੂਆਂ ਨਿਕਲ ਜਾਣਾ ਜੀ ਡਾਕਟਰ ਹਰਸ਼ਵਰਧਨ ਦੀ ਵਲੀ ਲੈ ਗਿਆ। ਖੁਦ ਡਾਕਟਰ ਨੇ ਇੱਕ ਸਮਾਂ ਇਦਾਂ ਦਾ ਵੀ ਆ ਗਿਆ ਜਦੋਂ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿੱਥੇ ਉਹ ਰਜਿਸਟਰਡ ਹੈ ਡਾਕਟਰ ਵਜੋਂ, ਉਹਨਾਂ ਨੇ ਕਹਿ ਦਿੱਤਾ ਕਿ ਇਹਨਾਂ ਦਾ ਲਾਇਸੈਂਸ ਰੱਦ ਕਰੋ। ਹੈਗੇ ਤੇ MBBS ਡਾਕਟਰ ਨੇ ਜਾਂ MD ਵੀ ਹੋਣਗੇ ਜੀ, ਤੇ ਡਾਕਟਰ ਬਾਬਾ ਰਾਮਦੇਵ ਲਾਲਾ ਰਾਮਦੇਵ ਨੂੰ ਕਿਵੇਂ ਇੱਕ ਡਾਕਟਰ ਵਜੋਂ ਵੇਖਦਾ ਹੈ ਕਿ ਉਹ ਐਲੋਪੈਥੀ ਦਾ ਤਾਂ ਨਹੀਂ ਹੈ, ਕਿ ਉਹ ਆਯੁਰਵੇਦ ਦਾ ਵੀ ਡਾਕਟਰ ਹੈ, ਉਸ ਕੋਲ ਡਿਗਰੀ ਹੈ ਆਯੁਰਵੇਦ ਦੀ। ਆਯੁਰਵੇਦ ਦੀਆਂ ਡਿਗਰੀਆਂ ਹੁੰਦੀਆਂ ਨੇ, ਫਿਰ ਹੀ ਡਾਕਟਰ ਰਖਵਾਉਣ ਦੇ ਤੁਸੀਂ ਹੱਕਦਾਰ ਹੁੰਦੇ ਹੋ। BAMS ਹੈ, ਉਸ ਤੋਂ ਬਾਅਦ MD ਤੱਕ ਜਾਂਦੇ ਨੇ। ਸਰਜਰੀਆਂ ਵੀ ਹੁੰਦੀਆਂ ਨੇ, ਥਾਂ ਥਾਂ ਉਸਦੇ ਇੰਸਟੀਚਿਊਟ ਖੁੱਲ੍ਹੇ ਹੋਏ ਨੇ। BAMS ਨੂੰ ਪ੍ਰੈਕਟਿਸ ਕਰਨ ਦੀ ਇਜਾਜ਼ਤ ਹੈ, ਕਿਤੇ ਵੀ ਕਲੀਨਿਕ ਖੋਲ੍ਹ ਸਕਦਾ ਹੈ। ਤੇ ਰਾਮਦੇਵ ਕੋਲ ਕਿਹੜੀ ਡਿਗਰੀ ਹੈ? ਸਾਰੀ ਦੁਨੀਆ ਦੀਆਂ ਦਵਾਈਆਂ ਬਣਾ ਕੇ ਉਹ ਮਾਰਕੀਟ ਦੇ ਵਿੱਚ ਪੇਸ਼ ਕਰੀ ਜਾਂਦਾ ਹੈ। ਤੇ ਇਹ ਡਾਕਟਰ ਹੋ ਕੇ ਮਸ਼ਹੂਰੀ ਕਰ ਰਹੇ ਨੇ, ਇਹ ਡਾਕਟਰ ਹੋ ਕੇ ਤੇ ਕੇਂਦਰੀ ਮੰਤਰੀ ਹੋ ਕੇ ਉਸ ਦੀ ਪ੍ਰਮੋਸ਼ਨ ਕਰ ਰਹੇ ਨੇ। ਇੰਡੀਅਨ ਮੈਡੀਕਲ ਐਸੋਸੀਏਸ਼ਨ ਵੀ ਇਸ ਗੱਲੋਂ ਔਖੀ ਹੋ ਗਈ ਜੀ। ਉਸ ਗੱਲ ਦਾ ਜਵਾਬ ਸੀ ਤੇ ਥੋੜਾ ਜਿਹਾ ਉਹ ਤੋਂ ਪਹਿਲਾਂ ਅਪ੍ਰੈਲ ਮਹੀਨੇ ਦੇ ਵਿੱਚ ਇਹਨਾਂ ਨੇ ਡਾਕਟਰ ਮਨਮੋਹਨ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਿਹੜੀ ਇੱਕ ਚਿੱਠੀ ਲਿਖੀ ਕਿ ਤੁਸੀਂ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹੋ ਜੀ, ਕੋਰੋਨਾ ਦੇ ਇਲਾਜ ਦੇ ਬਾਰੇ ਤੇ ਟੀਕਿਆਂ ਦੇ ਬਾਬਤ, ਤੇ ਗੁੰਮਰਾਹਕੁਨ ਪ੍ਰਚਾਰ ਜਿਹੜਾ ਕਾਂਗਰਸ ਪਾਰਟੀ ਕਰ ਰਹੀ ਹੈ ਇਸ ਨੂੰ ਬੰਦ ਕੀਤਾ ਜਾਵੇ ਤੁਰੰਤ। ਫਿਰ ਵੀ ਇਹਨਾਂ ਤੇ ਦਬਾਅ ਜਦੋਂ ਰਾਮਦੇਵ ਦਾ ਸਾਥ ਦਿੱਤਾ ਗਿਆ ਤੇ ਰਾਮਦੇਵ ਡਾਕਟਰ ਹਰਸ਼ਵਰਧਨ ਦੀ ਸ਼ਹਿ ਤੇ ਪੁੱਠੇ ਸਿੱਧੇ ਬਿਆਨ ਦੇਣ ਲੱਗ ਪਏ। ਬਿਲਕੁਲ। ਫਿਰ ਉਹ ਐਲੋਪੈਥੀਆਂ ਦੇ ਡਾਕਟਰਾਂ ਦੇ ਗਲਾਂ ਨੂੰ ਹੱਥ ਪਾ ਲਿਆ ਤੇ ਦਵਾਈਆਂ ਨੂੰ ਤੇ ਉਸ ਦੇ ਇਲਾਜ ਦੀ ਵਿਧੀ ਨੂੰ ਚੈਲੰਜ ਕਰਨ ਲੱਗ ਪਏ ਜੀ। ਫਿਰ ਉਹ ਵੀ ਸਿੱਧੇ ਹੋ ਗਏ ਸਾਰੇ। ਤੇ ਫਿਰ ਹਰਸ਼ਵਰਧਨ ਨੂੰ ਸਰਕਾਰ ਦੇ ਕਹੇ ਤੇ ਵੱਡੇ ਜਿਹੜੇ ਆਕਾ ਨੇ ਉਹਨਾਂ ਦੇ ਆਖੇ ਤੇ ਚਿੱਠੀ ਲਿਖਣੀ ਪਈ। ਬਾਬਾ ਰਾਮਦੇਵ ਨੂੰ ਆਖਣਾ ਪਿਆ ਕਿ ਤੁਸੀਂ ਮਾਫੀ ਮੰਗੋ। ਬਾਬਾ ਰਾਮਦੇਵ ਵਾਲਾ ਕੇਸ ਅਦਾਲਤ ਵਿੱਚ ਚੱਲ ਰਿਹਾ, ਪਰ ਹਰਸ਼ਵਰਧਨ ਵਾਲਾ ਕੇਸ ਇਸ ਕਰਕੇ ਨਿਬੜ ਗਿਆ ਕਿ ਉਹਨਾਂ ਦੀ ਛੁੱਟੀ ਹੋ ਗਈ ਹੈ ਤੇ ਹੁਣ ਆਰਾਮ ਨਾਲ ਬੈਠ ਸਕਦੇ ਨੇ। ਕੁਲਦੀਪ ਜੀ, ਮੈਨੂੰ ਰਵੀ ਸ਼ੰਕਰ ਪ੍ਰਸਾਦ ਦੇ ਅਸਤੀਫੇ ਦੀ ਵੀ ਸਮਝ ਨਹੀਂ ਆਈ। ਰਵੀ ਸ਼ੰਕਰ ਪ੍ਰਸਾਦ ਦਾ ਅਸਤੀਫਾ ਨਾ ਕਹੋ, ਇੱਕ ਅਸਤੀਫਾ ਤੇ ਦਿੱਤਾ ਨਾ ਉਹਨਾਂ ਨੇ, ਪਰ ਉਹਨਾਂ ਦੇ ਟਵਿੱਟਰ ਦੇ ਨਾਲ ਸਿੰਘ ਫਸੇ ਹੋਏ IT ਕਾਨੂੰਨਾਂ ਨੂੰ ਲੈ ਕੇ। ਮੈਂ ਇਸੇ ਕਰਕੇ ਆਖ ਰਿਹਾ ਕਿ ਟਵਿੱਟਰ ਦੇ ਨਾਲ ਜਿਹੜੇ ਸਿੰਘ ਫਸੇ ਹੋਏ ਨੇ ਉਸ ਦੇ ਵਿੱਚ ਉਹ ਸਰਕਾਰ ਦੇ ਮਾਊਥਪੀਸ ਬਣ ਕੇ ਉਹਨਾਂ ਨੇ ਜਿਸ ਤਰ੍ਹਾਂ ਕੰਮ ਕੀਤਾ ਤੇ ਜਿਸ ਤਰ੍ਹਾਂ ਵਿਰੋਧੀਆਂ ਤੇ ਅਟੈਕ ਕੀਤੇ ਨੇ, ਤੇ ਇੱਕ ਕਿਸਮ ਦਾ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਉਹਨਾਂ ਨੇ ਆਪਣੇ ਹਿਸਾਬ ਨਾਲ ਨੱਥ ਜੇ ਵੀ ਪਾਈ ਹੋਈ ਹੈ। ਉਹਨਾਂ ਦੇ ਕੋਲੋਂ ਗੱਦੀ ਖੁਸਣੀ ਜਿਹੜੀ ਹੈ ਉਹ ਵਾਜਬ ਨਹੀਂ ਜਾਪਦੀ ਜੀ। ਪ੍ਰਕਾਸ਼ ਜਾਵੜੇਕਰ ਹੁਣ ਕਿੱਥੇ ਬੋਲਣਗੇ ਤੇ ਕਿਸ ਕੈਪੈਸਿਟੀ 'ਚ ਬੋਲਣਗੇ ਤੇ ਉਹਨਾਂ ਨੂੰ ਕਿਉਂ ਲਾਂਭੇ ਕੀਤਾ ਗਿਆ ਤਾਂ ਉਹੀ ਜਾਣਦੇ ਨੇ। ਜੇ ਕੋਈ ਹੈਰਾਨਗੀ ਇਹਨਾਂ ਗੱਲਾਂ ਦੇ ਵਿੱਚ ਹੈ ਤੇ ਉਹ ਹੈ ਕਿ ਸਾਡੀ ਵਿੱਤ ਮੰਤਰੀ ਦੀ ਗੱਦੀ ਬਰਕਰਾਰ ਰਹੀ ਹੈ, ਭਾਵੇਂ ਕਿ ਸਾਡੀ ਆਰਥਿਕਤਾ ਬਹੁਤ ਜ਼ਿਆਦਾ ਡਾਮਾਡੋਲ ਹੈ। ਜੀ। ਹਰਸ਼ਵਰਧਨ ਦੀ ਗੱਦੀ ਗਈ ਹੈ, ਇਸ ਗੱਲ ਤੇ ਸਰਕਾਰ ਨੇ ਮੋਹਰ ਲਾ ਦਿੱਤੀ ਕਿ ਕਰੋਨਾ ਦੀ ਸਥਿਤੀ ਵਿੱਚ ਭਾਰਤ ਨਜਿੱਠਣ ਵਿੱਚ ਅਸਫਲ ਹੋਇਆ ਤੇ ਅਸੀਂ ਫੇਲ ਹੋਏ ਹਾਂ ਐਜ਼ ਏ ਸਿਸਟਮ। ਜੀ। ਪਰ ਸ਼ਾਇਦ ਜੇ ਸੀਤਾਰਮਨ ਨੂੰ ਵੀ ਬਦਲ ਦਿੱਤਾ ਜਾਂਦਾ ਜਾਂ ਹਟਾ ਦਿੱਤਾ ਜਾਂਦਾ ਤੇ ਸਰਕਾਰ ਆਪਣੇ ਆਪ ਕਿਵੇਂ ਮੰਨ ਲੈਂਦੀ ਕਿ ਆਰਥਿਕਤਾ ਖਰਾਬ ਹੈ। ਜੀ। ਉਸ ਨਾਲ ਆਰਥਿਕਤਾ ਤੇ ਹੋਰ ਬੁਰਾ ਅਸਰ ਪੈ ਸਕਦਾ ਸੀ। ਜਾਂ ਇੱਕ ਚੰਗਾ ਮੌਕਾ ਸੀ ਕਿ ਇੱਕ ਵੱਡੇ ਇਕੋਨੋਮਿਸਟ ਨੂੰ ਲਿਆ ਕੇ, ਜਿਵੇਂ ਕਿ ਪਿਛਲੇ ਸਾਲਾਂ ਦੇ ਵਿੱਚ ਹੁੰਦਾ ਰਿਹਾ, ਇੱਕ ਵੱਡੇ ਇਕੋਨੋਮਿਸਟ ਨੂੰ ਲਿਆ ਕੇ ਕਿਸੇ ਗੱਦੀ ਤੇ ਬਿਠਾਇਆ ਜਾਵੇ, ਇੱਥੋਂ ਤੱਕ ਕਿ ਰਿਜ਼ਰਵ ਬੈਂਕ ਦਾ ਗਵਰਨਰ ਵੀ ਕੋਈ ਵਧੀਆ ਬਣਾ ਦਿੱਤਾ ਜਾਵੇ। ਅਰਥ ਵਿਵਸਥਾ ਨੂੰ ਧੱਕਾ ਲੱਗ ਜਾਂਦਾ ਹੈ, ਉਸ ਨਾਲ ਓਵਰਆਲ ਮੂਡ ਕਈ ਵਾਰੀ ਅਪ ਹੋ ਜਾਂਦਾ ਹੈ। ਪਰ ਨਿਰਮਲਾ ਸੀਤਾਰਮਨ ਦੀ ਗੱਦੀ ਨੂੰ ਹੱਥ ਨਹੀਂ ਪਾਇਆ ਗਿਆ। ਹੁਣ ਥੋੜਾ ਜਿਹਾ ਖੇਤਰੀ ਗੱਲਾਂ ਦੀ ਕਰਦੇ ਹਾਂ। ਬੰਗਾਲ ਦੇ ਵਿੱਚੋਂ ਥੋੜੀ ਜਿਹੀ ਵੱਧ ਨੁਮਾਇੰਦਗੀ ਦਿੱਤੀ ਗਈ ਹੈ ਉੱਥੇ ਦੇ BJP MP ਸੰਸਦਾਂ ਨੂੰ, ਸਿਰਫ ਇਸ ਕਰਕੇ ਕਿ ਬੰਗਾਲ ਉੱਥੇ ਆਪਣਾ ਕੁਝ ਬਣਾਉਣਾ, ਬੰਗਾਲ ਦੇ ਵਿੱਚ BJP ਆਪਣਾ ਕੁਝ ਬਣਾਉਣਾ ਚਾਹੁੰਦੀ ਹੈ ਤੇ TMC ਨੂੰ, ਤ੍ਰਿਣਮੂਲ ਕਾਂਗਰਸ ਨੂੰ ਟੱਕਰ ਦੇਣਾ ਚਾਹੁੰਦੀ ਹੈ ਤੇ ਉਸ ਕਰਕੇ ਇਹਨਾਂ ਨੂੰ ਮਜ਼ਬੂਤ ਆਧਾਰ ਉੱਥੇ ਚਾਹੀਦਾ ਹੈ। ਤੇ ਇਹ ਮੰਤਰੀ ਬੰਗਾਲ ਨੂੰ ਕੁਝ ਨਾ ਕੁਝ ਲਿਜਾ ਕੇ ਦੇਣ ਜਿਸ ਨਾਲ ਬੰਗਾਲ ਦੇ ਲੋਕਾਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੋਰ ਪੈਂਠ ਬਣ ਜਾਏ ਤੇ ਆਉਣ ਵਾਲੇ ਸਾਲਾਂ 'ਚ ਜਿਹੜੀਆਂ ਇਲੈਕਸ਼ਨਾਂ ਹੋਣੀਆਂ ਨੇ 2024 ਦੇ ਵਿੱਚ, ਉਦੋਂ ਤੱਕ ਕੁਝ ਨਾ ਕੁਝ ਬੰਗਾਲ ਦੇ ਵਿੱਚ ਕੋਈ ਨਾਮ ਨਾ ਖੱਟ ਲੈਣ। ਮਹਾਰਾਸ਼ਟਰ ਦੇ ਵਿੱਚੋਂ 4 ਮੰਤਰੀਆਂ ਨੂੰ ਜਗ੍ਹਾ ਦਿੱਤੀ ਗਈ ਹੈ। ਮਹਾਰਾਸ਼ਟਰ ਵਿੱਚ ਇਸ ਕਰਕੇ ਕਿ ਮਹਾਰਾਸ਼ਟਰ ਦੇ ਵਿੱਚ ਜਿਵੇਂ ਇੱਕ ਸ਼ਿਕਾਰ ਹੋਣਾ ਹੁੰਦਾ ਹੈ ਕੋਈ, ਤੇ ਇੱਕ ਜਾਨਵਰ ਜਿਹੜਾ ਕਿਸੇ ਸ਼ਿਕਾਰ ਦੇ ਮਗਰ ਪਿਆ ਸ਼ਿਕਾਰੀ ਜਾਨਵਰ ਹੈ ਤੇ ਦੂਸਰਾ ਵਿੱਚੋਂ ਹੀ ਆ ਕੇ ਖੋਹ ਕੇ ਲੈ ਜਾਂਦਾ ਉਸ ਕੋਲੋਂ, ਇਸ ਤਰ੍ਹਾਂ ਰਾਜਗੱਦੀ ਖੁੱਸ ਗਈ ਸੀ ਭਾਰਤੀ ਜਨਤਾ ਪਾਰਟੀ ਤੋਂ। ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਤੇ ਆਪਣਾ ਬਣਾ ਲਿਆ, ਫਿਰ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਕੋਲ ਉਨੀ ਤਾਕਤ ਨਹੀਂ ਬਚੀ। ਕੀ ਕਰ ਸਕਦੇ ਸੀ? ਹੁਣ ਉਧਵ ਠਾਕਰੇ ਨੇ ਸ਼ਰਦ ਪਵਾਰ ਤੇ ਉਹਨਾਂ ਦੇ ਸਾਥੀਆਂ ਨਾਲ ਸਾਂਝ ਪਾ ਕੇ ਸਰਕਾਰ ਬਣਾ ਲਈ ਤੇ ਭਾਰਤੀ ਜਨਤਾ ਪਾਰਟੀ ਸੱਤਾ ਤੋਂ ਬਾਹਰ ਹੈ। ਜਿੰਨੀਆਂ ਮਨਮਰਜ਼ੀਆਂ ਉਧਵ ਠਾਕਰੇ ਕਰ ਰਹੇ ਨੇ ਉਹ BJP ਨੂੰ ਭਾਉਂਦੀਆਂ ਨਹੀਂ। ਹਾਲਾਂਕਿ ਅੰਦਰੋਂ ਅੰਦਰੀ ਕਨਸੋਆਂ ਨੇ ਕਿ ਇਹ ਇੱਕੋ ਹੀ ਬਾਬੇ ਦੀ ਔਲਾਦ ਹੈ ਸਾਰੇ, ਤੇ ਇਹਨਾਂ ਨੇ ਇੱਕੋ ਹੀ ਹੋਣਾ ਇੱਕ ਦਿਨ।
ਤੇ ਉਹਨਾਂ ਨੇ ਇਹ ਗੱਲ ਮੰਨੀ ਵੀ ਹੈ ਸ਼ਿਵ ਸੈਨਾ ਦੇ ਕੁਝ ਵਿਅਕਤੀਆਂ ਨੇ ਕਿ ਜੇ ਸ਼ਰਦ ਪਵਾਰ ਜਾਂ ਕੋਈ ਹੋਰ ਲੱਤਾਂ ਖਿੱਚਦਾ ਹੈ ਜਾਂ ਕਾਂਗਰਸ ਵੀ ਖਿੱਚਦੀ ਹੈ ਤੇ ਕੋਈ ਗੱਲ ਨਹੀਂ, ਬੀਜੇਪੀ ਨੇ ਸਾਡੀ ਪੁਰਾਣੀ ਭਾਈਵਾਲੀ ਹੈ, ਧਮਕੀ ਵੀ ਹੋ ਸਕਦੀ ਹੈ ਇਹੋ ਕਾਂਗਰਸ ਨੂੰ ਤੇ ਸ਼ਰਦ ਪਵਾਰ ਨੂੰ। ਖੈਰ ਉਹ ਚੁੱਪ ਬੈਠੇ ਨੇ। ਉਧਵ ਠਾਕਰੇ ਮੁੱਖ ਮੰਤਰੀ ਰਹਿਣਗੇ, ਪਰ ਮਹਾਰਾਸ਼ਟਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਵੱਧ ਨੁਮਾਇੰਦਗੀ ਦੇ ਕੇ ਉੱਥੇ ਆਪਣਾ ਆਧਾਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਬਿਹਾਰ ਦੇ ਵਿੱਚ ਸਭ ਤੋਂ ਇੰਟਰਸਟਿੰਗ ਜਿਹੜੀ ਗੱਲਬਾਤ ਹੈ ਉਹ ਹੋਈ ਹੈ। ਬਿਹਾਰ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਰਾਸ਼ਟਰੀ ਜਨਤਾ ਦਲ ਦੀ ਹੈ। ਨਿਤਿਸ਼ ਕੁਮਾਰ ਜਿਹੜੇ ਨੇ ਮੁੱਖ ਮੰਤਰੀ ਨੇ। ਨਿਤਿਸ਼ ਕੁਮਾਰ ਦੀਆਂ ਸੀਟਾਂ ਪਾਰਟੀ ਦੀਆਂ ਘੱਟ ਨੇ ਆਰਜੇਡੀ ਦੀਆਂ ਤੇ ਬੀਜੇਪੀ ਦੀਆਂ ਵੱਧ ਨੇ ਤੇ ਮੁੱਖ ਮੰਤਰੀ ਆਰਜੇਡੀ ਦਾ ਹੈ, ਜਿਵੇਂ ਕਿ ਚੋਣ ਸਮਝੌਤਾ ਹੋਇਆ ਸੀ। ਧਰਮ ਨਿਭਾਇਆ ਭਾਰਤੀ ਜਨਤਾ ਪਾਰਟੀ ਨੇ ਉੱਥੇ। ਪਰ ਹੁਣ ਕਹਿੰਦੇ ਨੇ ਕਿ ਨਿਤਿਸ਼ ਕੁਮਾਰ ਮੰਗ ਕਰ ਰਿਹਾ ਸੀ ਕਿ ਸਾਡੇ 4 ਮੈਂਬਰ ਪਾਰਲੀਮੈਂਟ ਨੂੰ ਤੁਸੀਂ 4 ਅਹੁਦੇ ਦੇ ਦਿਓ, ਜਿੰਨੇ ਮੈਂਬਰ ਪਾਰਲੀਮੈਂਟ ਤੇ ਜ਼ਿਆਦਾ ਨੇ, ਤੇ ਸਾਨੂੰ 4 ਮੰਤਰੀ ਮੰਡਲ ਜਿਹੜੇ ਉਹ ਦੇ ਦਿਓ। ਪਰ ਉਹਨਾਂ ਵਿੱਚੋਂ ਇੱਕ ਨੂੰ ਮਿਲਿਆ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿਹੜਾ ਮਹਿਕਮਾ ਖਾਲੀ ਕੀਤਾ ਸੀ ਫੂਡ ਪ੍ਰੋਸੈਸਿੰਗ ਦਾ, ਉਸ ਦੇ ਵਿੱਚ ਪਸ਼ੂਪਤੀ ਜੀ ਨੂੰ ਜਿਹੜਾ ਮੰਤਰੀ ਉਹ ਮਹਿਕਮਾ ਬਣਾ ਕੇ ਦੇ ਦਿੱਤਾ ਗਿਆ। ਉਹ ਕੌਣ ਨੇ? ਪਸ਼ੂਪਤੀ ਜਿਹੜੇ ਨੇ ਉਹ ਸਾਬਕਾ ਕੇਂਦਰੀ ਮੰਤਰੀ, ਉਹ ਅਜਿਹੇ ਕੇਂਦਰੀ ਮੰਤਰੀ ਜਿਹੜੇ ਕਈ ਸਰਕਾਰਾਂ ਦੇ ਵਿੱਚ ਮੰਤਰੀ ਰਹੇ ਨੇ। ਚੌਧਰੀ ਅਜੀਤ ਸਿੰਘ ਵੀ ਨੇ ਇਹੋ ਜਿਹੇ, ਉਹਨਾਂ ਦੀ ਮੌਤ ਹੋ ਗਈ ਤੇ ਰਾਮ ਬਿਲਾਸ ਪਾਸਵਾਨ ਦੀ ਮੌਤ ਹੋ ਗਈ। ਰਾਮ ਬਿਲਾਸ ਪਾਸਵਾਨ ਦੇ ਸਕੇ ਭਰਾ ਨੇ, ਚਿਰਾਗ ਪਾਸਵਾਨ ਉਹਨਾਂ ਦਾ ਰਾਮ ਬਿਲਾਸ ਪਾਸਵਾਨ ਦਾ ਬੇਟਾ ਹੈ, ਜਿਨ੍ਹਾਂ ਨੇ ਫਿਲਮਾਂ ਵਿੱਚ ਵੀ ਕਦੇ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਕਾਮਯਾਬ ਨਹੀਂ ਹੋਏ। ਰਾਮ ਬਿਲਾਸ ਪਾਸਵਾਨ ਤੋਂ ਬਾਅਦ ਜਿਹੜੀ ਇਹ ਪਾਰਟੀ ਹੈ ਉਹਨਾਂ ਦੀ ਲੋਕ ਜਨਸ਼ਕਤੀ ਪਾਰਟੀ ਹੈ, ਉਹਨਾਂ ਦਾ ਕੁਝ ਬਣਦਾ ਨਜ਼ਰ ਨਹੀਂ ਆਉਂਦਾ ਤੇ ਉਸ ਤੇ ਪਸ਼ੂਪਤੀ ਜਿਹੜੇ ਨੇ ਉਹ ਕਬਜ਼ਾ ਕਰਕੇ ਬਹਿ ਗਏ ਨੇ ਤੇ ਚਿਰਾਗ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਮੈਜੋਰਟੀ ਲੋਕ ਜਿਹੜੇ ਨੇ, ਮੈਜੋਰਟੀ ਮੈਂਬਰ ਜਿਹੜੇ ਨੇ ਉਸ ਪਾਰਟੀ ਦੇ ਚਿਰਾਗ ਨਾਲੋਂ ਜ਼ਿਆਦਾ ਪਸ਼ੂਪਤੀ ਦੇ ਕੋਲ ਨੇ। ਹੁਣ ਇਹਨਾਂ ਨੂੰ ਮੰਤਰੀ ਦਾ ਅਹੁਦਾ ਮਿਲ ਗਿਆ ਤੇ ਉਧਰ ਉਹ ਚਿਰਾਗ ਜਿਹੜੇ ਨੇ ਅਦਾਲਤ ਪਹੁੰਚ ਗਏ ਨੇ ਕਿ ਗਲਤ ਗੱਲ ਹੈ, ਇਹ ਤੇ ਆਗੂ ਹੀ ਨਹੀਂ ਹੈ, ਆਗੂ ਤੇ ਮੈਂ ਇਸ ਪਾਰਟੀ ਦਾ ਤੇ ਮੈਨੂੰ ਅਹੁਦਾ ਮਿਲਣਾ ਚਾਹੀਦਾ ਸੀ। ਇਹ ਤਾਂ ਕਿਤੇ ਲਿਖਿਆ ਹੀ ਨਹੀਂ ਹੋਇਆ ਵੀ ਕਿ ਆਗੂ ਕੌਣ ਹੈ ਤੇ ਅਹੁਦਾ ਕਿਹਨੂੰ ਮਿਲਣਾ। ਸੋ ਇਸ ਤਰ੍ਹਾਂ ਦੀ ਸਿਆਸਤ ਹੋਈ ਹੈ। ਰਾਜਨੀਤੀ ਅਜੇ ਵੀ ਭਾਰੂ ਹੈ, ਪਰ ਪੰਜਾਬ ਦੇ ਵਿੱਚੋਂ ਜੇ ਕਹਿ ਲਈ ਤਾਂ ਪੰਜਾਬ ਦੇ ਵਿੱਚੋਂ ਜਿਹੜਾ ਪੁਰਾਣੀ ਜਿਹੜੇ ਸਾਡੇ ਬੰਦੇ ਹਨ, ਮੰਤਰੀ ਜਿਹੜੇ ਹਨ, ਸੋਮ ਪ੍ਰਕਾਸ਼ ਉਹ ਹੀ ਨੇ ਤੇ ਹਰਦੀਪ ਸਿੰਘ ਪੁਰੀ ਸਿੱਖ ਚਿਹਰੇ ਵਜੋਂ ਉਹਨਾਂ ਨੂੰ ਜਿਹੜਾ ਅਪਗ੍ਰੇਡ ਕਰ ਦਿੱਤਾ ਗਿਆ, ਉਹਨਾਂ ਨੂੰ ਕੈਬਨਿਟ ਦਰਜਾ ਦੇ ਦਿੱਤਾ ਗਿਆ ਤੇ ਉਹ ਹੁਣ ਉਹ ਵੱਡੇ ਵਜ਼ੀਰ ਵਜੋਂ ਉਹਨਾਂ ਦੀ ਪਛਾਣ ਬਣੇਗੀ। ਤੇ ਨਾਲ ਜਿਹੜੇ ਜੋਤੀਰਾਦਿੱਤਿਆ ਸਿੰਧੀਆ ਨੇ ਉਹਨਾਂ ਨੂੰ ਵੀ ਸਿੱਧੇ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ, ਕਿਉਂਕਿ ਜਦੋਂ ਪਹਿਲੀ ਸਰਕਾਰ ਬਣੀ ਸੀ, ਜਦੋਂ ਨਵੀਂ ਕੈਬਨਿਟ ਬਣੀ ਸੀ 2019 ਦੇ ਵਿੱਚ, ਉਦੋਂ ਮੱਧ ਪ੍ਰਦੇਸ਼ ਦੇ ਵਿੱਚ ਸਮੀਕਰਨ ਹੋਰ ਸੀ ਤੇ ਉਦੋਂ ਕਾਂਗਰਸ ਵਿੱਚ ਸਨ। ਜੋਤੀਰਾਦਿੱਤਿਆ ਸਿੰਧੀਆ ਨੂੰ ਸ਼ਹਿਰੀ ਹਵਾਬਾਜ਼ੀ ਦਾ ਮਹਿਕਮਾ ਜਿਹੜਾ ਹੈ ਉਹ ਦਿੱਤਾ ਗਿਆ, ਜਿਹੜਾ ਪਹਿਲਾਂ ਕਿਸੇ ਹੋਰ ਕੋਲ ਸੀ ਤੇ ਹੁਣ ਉਹ ਨਿਭਾਉਣਗੇ। ਇੰਟਰਸਟਿੰਗ ਗੱਲ ਇਹ ਹੈ ਕਿ ਉਹਨਾਂ ਦੇ ਸਵਰਗੀ ਪਿਤਾ ਜੋ ਕਾਂਗਰਸ ਦੇ ਆਗੂ ਹੋਇਆ ਕਰਦੇ ਸਨ, ਮਾਧਵਰਾਓ ਸਿੰਧੀਆ, ਉਹਨਾਂ ਕੋਲ ਵੀ ਇਹੋ ਮਹਿਕਮਾ ਸੀ। ਸੋ ਇਸ ਤਰ੍ਹਾਂ ਦੀ ਰਾਜਨੀਤਿਕ ਸਮੀਕਰਨ ਇਸ ਦੇ ਵੇਖੇ ਜਾ ਸਕਦੇ ਨੇ। ਪਰ ਓਵਰਆਲ ਅਨੁਰਾਗ ਠਾਕਰ ਨੂੰ ਜਿਹੜਾ ਬਣਾਇਆ ਗਿਆ ਖੇਡ ਮੰਤਰੀ, ਟੋਕੀਓ ਓਲੰਪਿਕ 'ਚ ਕੁਝ ਦਿਨ ਬਾਕੀ ਨੇ ਸ਼ੁਰੂ ਹੋਣ 'ਚ ਤੇ ਐਨ ਮੌਕੇ ਤੇ ਅਨੁਰਾਗ ਠਾਕਰ ਨੂੰ ਬਣਾਉਣਾ। ਅਨੁਰਾਗ ਠਾਕਰ ਦੀ ਖੇਡ ਜਗਤ ਦੇ ਵਿੱਚ ਖੇਡ ਸੰਸਥਾਵਾਂ ਜਿਹੜੀਆਂ ਨੇ, ਇੰਸਟੀਚਿਊਟ ਜਿਹੜੇ ਨੇ ਜਾਂ ਸਾਡੀਆਂ ਫੈਡਰੇਸ਼ਨ ਹਨ ਜਾਂ ਬੋਰਡ ਹਨ, ਉਹਨਾਂ ਦੇ ਵਿੱਚ ਚੰਗੀ ਪਕੜ ਹੈ। ਸਭ ਤੋਂ ਅਮੀਰ ਅਦਾਰਾ ਭਾਰਤ ਦਾ ਜਿਹੜਾ ਹੈ BCCI ਹੈ, ਬੋਰਡ ਆਫ ਕ੍ਰਿਕਟ ਕੰਟਰੋਲ ਇਨ ਇੰਡੀਆ। BCCI ਦੇ ਵਿੱਚ ਉਹ ਚੌਹਦੇ ਤੇ ਨੇ ਅਨੁਰਾਗ ਠਾਕਰ, ਤੇ ਜਿੱਥੇ ਕਿਤੇ ਇੰਟਰਨੈਸ਼ਨਲ ਮੈਚ ਹੁੰਦੇ ਨੇ ਆਪਣੇ ਲਾਮ ਲਸ਼ਕਰ ਦੇ ਨਾਲ ਤੁਸੀਂ ਉਹਨਾਂ ਨੂੰ ਵੇਖ ਸਕਦੇ ਹੋ, ਕਦੇ ਕਦੇ ਕਮੈਂਟਰੀ ਬਾਕਸ ਵਿੱਚ ਵੀ ਬੈਠੇ ਹੁੰਦੇ ਨੇ। ਪੰਜਾਬ ਦੇ ਵਿੱਚ ਉਹਨਾਂ ਨੇ ਪੜ੍ਹਾਈ ਕੀਤੀ ਹੋਈ ਹੈ, ਪਰ ਉਹਨਾਂ ਦੇ ਪਰਿਵਾਰ ਨੂੰ ਰਾਜਨੀਤਿਕ ਤੌਰ ਤੇ ਇੱਕ ਚੰਗਾ ਹੁੰਗਾਰਾ ਹੋਵੇਗਾ ਇਹ ਜਿਹੜਾ ਉਹਨਾਂ ਨੂੰ ਅਹੁਦਾ ਮਿਲਿਆ ਉਹ ਇਸ ਤਰ੍ਹਾਂ, ਕਿਉਂਕਿ ਉਹਨਾਂ ਦੇ ਪਿਤਾ ਪ੍ਰੇਮ ਕੁਮਾਰ ਧੂਮਲ ਜਿਹੜੇ ਨੇ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ। ਲੇਕਿਨ ਪਿਛਲੀ ਵਾਰੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਥੇ ਬਣੀ, ਉਹਨਾਂ ਨੇ ਚੋਣ ਜਿੱਤੀ ਤੇ ਪ੍ਰੇਮ ਕੁਮਾਰ ਧੂਮਲ ਆਪਣੀ ਸੀਟ ਹਾਰ ਗਏ ਤੇ ਉਹ ਮਮਤਾ ਬੈਨਰਜੀ ਵਾਲਾ ਕੰਮ ਨਹੀਂ ਹੋਇਆ ਕਿ ਉਹ ਇੱਕੋ ਇੱਕ ਆਗੂ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਦੇਖਿਆ ਨਹੀਂ, ਉਹਨਾਂ ਨੇ ਕਿਸੇ ਹੋਰ ਨੂੰ ਚੁੱਕ ਕੇ ਬਣਾ ਦਿੱਤਾ ਤੇ ਪ੍ਰੇਮ ਕੁਮਾਰ ਧੂਮਲ ਜਿਹੜੇ ਨੇ ਉਹ ਇੱਕ ਪਾਸੇ ਹੋ ਕੇ ਬਹਿ ਗਏ ਸਨ। ਉਹਨਾਂ ਦਾ ਬੇਟਾ ਅੱਗੇ ਆ ਗਿਆ ਤੇ ਇਸ ਵਾਸਤੇ ਉਹਨਾਂ ਵਾਸਤੇ ਚੰਗੀ ਖਬਰ ਹੈ ਪਰਿਵਾਰ ਵਾਸਤੇ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਜਿਹੜੀ ਮਿਲ ਗਈ ਹੈ। ਅਨੁਰਾਗ ਠਾਕਰ ਚੰਗਾ ਮਜ਼ਬੂਤ ਚਿਹਰਾ ਹੈ, ਪਰ ਉਹ ਕੀ ਰੰਗ ਦਿਖਾ ਸਕਦੇ ਨੇ, ਯੰਗ ਨੇ ਅਜੇ। ਹੁਣ ਤੱਕ ਦੀ ਭਾਰਤ ਦੀ ਸਭ ਤੋਂ ਯੰਗ ਕੈਬਨਿਟ ਜਿਹੜੀ ਹੈ, ਮੰਤਰੀ ਮੰਡਲ ਹੈ, ਇਸ ਨੂੰ ਆਖਿਆ ਜਾ ਸਕਦਾ ਹੈ। ਦੂਸਰੇ ਪਾਸੇ ਹਿਮਾਚਲ ਦੀ ਗੱਲ ਚੱਲੀਏ ਤਾਂ ਮੈਂ ਵੀਰ ਭਗਦਰ ਸਿੰਘ ਸਵਰਗਵਾਸ ਹੋ ਗਏ ਨੇ, ਲੰਬਾ ਸਮਾਂ ਹਿਮਾਚਲ ਦੇ ਮੁੱਖ ਮੰਤਰੀ ਰਹੇ ਤੇ ਲੋਕ ਸਭਾ ਮੈਂਬਰ ਵੀ ਰਹੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤੇਦਾਰ ਨੇ
ਤੇ ਪੁਰਾਣੇ ਰਾਜਸ਼ਾਹੀ ਘਰਾਣੇ ਦੇ ਵਿੱਚੋਂ ਨੇ। ਸੋ ਉਹਨਾਂ ਨੇ ਲੰਬਾ ਸਮਾਂ, ਮੈਂ ਸਮਝਦਾ ਕਿ ਬਹੁਤ ਸਾਰੀਆਂ ਗੱਲਾਂ ਹੋਈਆਂ ਹੋਣਗੀਆਂ ਰਾਜਨੀਤੀ ਦੇ ਵਿੱਚ ਊਚ ਨੀਚ, ਪਰ ਜਿਸ ਤਰ੍ਹਾਂ ਦੀ ਰਾਜਨੀਤੀ ਅਸੀਂ ਹੁਣ ਵੇਖ ਰਹੇ ਹਾਂ ਬਹੁਤਿਆਂ ਨਾਲੋਂ ਚੰਗੇ ਸਨ। ਜੀ, ਅਸੀਂ ਗੱਲ ਕੀਤੀ ਹੈ ਮੋਦੀ ਕੈਬਨਿਟ ਦੀ, ਤੇ ਹੁਣ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੀ ਤੇ ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਦੀ। ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਮਮਤਾ ਬੈਨਰਜੀ ਦੀ ਤੇ ਮੋਦੀ ਦੀ ਵੈਸੇ ਹੀ ਘੱਟ ਬਣਦੀ ਹੈ, ਪਰ ਹੁਣ ਕਿਹੜੀ ਗੱਲੋਂ ਖੜਕ ਪਏ ਨੇ? ਮਮਤਾ ਬੈਨਰਜੀ, ਜੇ ਕਿਸੇ ਨੇ ਮੋਦੀ ਦੇ ਖਿਲਾਫ ਪਿਛਲੇ 6-7 ਮਹੀਨਿਆਂ ਜਾਂ ਸਾਲ ਇੱਕ ਦੇ ਵਿੱਚ ਠੋਕ ਕੇ ਸਟੈਂਡ ਲਿਆ ਤੇ ਮਮਤਾ ਬੈਨਰਜੀ ਉਹਨਾਂ ਵਿੱਚੋਂ ਇੱਕ ਹੈ ਜੀ। ਇਲੈਕਸ਼ਨਾਂ ਜਿੱਤੀਆਂ ਤੇ ਤੁਹਾਨੂੰ ਪਤਾ ਕਿਸ ਤਰ੍ਹਾਂ ਦੀ ਬਿਆਨਬਾਜ਼ੀ ਤੇ ਕਿਸ ਤਰ੍ਹਾਂ ਇੱਕ ਦੂਸਰੇ ਤੇ ਹਮਲੇ ਬੋਲੇ ਗਏ, ਤੇ ਮਮਤਾ ਬੈਨਰਜੀ ਭਾਵੇਂ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਈ ਸੀ ਕਿ ਨਹੀਂ ਲੱਗੀ ਹੋਈ ਸੀ, ਤੇ ਉਹਨਾਂ ਨੂੰ ਪਤਾ ਉਹ ਪਿੱਛੇ ਨਹੀਂ ਹਟੇ। ਬਿਲਕੁਲ। ਹੁਣ ਮਮਤਾ ਬੈਨਰਜੀ ਨੇ ਕੁਝ ਬਿਆਨ, ਤਾਜ਼ਾ ਬਿਆਨ ਦਾਗੇ ਨੇ, ਜਿਸ ਦੇ ਵਿੱਚ ਜਿਸ ਤਰ੍ਹਾਂ ਦੇ ਲਫ਼ਜ਼ ਉਹਨਾਂ ਨੇ ਮੋਦੀ ਪ੍ਰਤੀ ਵਰਤੇ ਨੇ, ਉਹਨਾਂ 'ਤੇ ਜਿਹੜਾ ਗੌਰ ਫਰਮਾਉਣ ਦੀ ਲੋੜ ਹੈ ਕਿ ਇੰਨੇ ਸਖਤ ਲਫ਼ਜ਼ ਮੈਨੂੰ ਨਹੀਂ ਲੱਗਦਾ ਕਿ ਕਿਸੇ ਸਟੇਟ ਹੈੱਡ ਨੇ ਜਾਂ ਸਾਬਕਾ ਵੱਡੇ ਮੰਤਰੀ ਨੇ ਜਾਂ ਵੱਡੇ ਰਾਜਨੀਤੀਵਾਨ ਨੇ ਕਿਸੇ ਨੇ ਮੋਦੀ ਪ੍ਰਤੀ ਵਰਤੇ ਹੋਣ। ਗੱਲ ਤੇ ਉਹ ਟੀਕਿਆਂ ਦੀ ਕਰ ਰਹੇ ਸੀ ਜੀ। ਉਹ ਕਹਿੰਦੇ ਸੀ ਅਸੀਂ ਕੋ ਅੰਕੜੇ ਦਿੱਤੇ ਉਹਨਾਂ ਨੇ, ਇੰਨੇ ਟੀਕੇ ਅਸੀਂ ਲਾ ਦਿੱਤੇ ਆ, ਤੇ ਇਹਨਾਂ ਵਿੱਚੋਂ ਕੇਂਦਰ ਸਰਕਾਰ ਨੇ ਸਾਨੂੰ ਆਪਣੇ ਕੋਟੇ ਵਿੱਚੋਂ ਇੰਨੇ ਕੁ ਦਿੱਤੇ ਨੇ, ਤੇ 25 ਜਾਂ 26 ਲੱਖ ਸਾਨੂੰ ਆਪ ਖਰੀਦਣੇ ਪਏ ਨੇ। ਇਹ ਇਲਜ਼ਾਮ ਤਾਂ ਸ਼ੁਰੂ ਤੋਂ ਲਾਉਂਦੇ ਆ ਰਹੇ ਜਦੋਂ ਦਾ ਕੋਵਿਡ ਆਇਆ। ਜੀ। ਨਾਲ ਦੀ ਨਾਲ ਉਹਨਾਂ ਨੇ ਹੋਰ ਕਈ ਗੱਲਾਂ ਕੀਤੀਆਂ। ਭਾਰਤੀ ਜਨਤਾ ਪਾਰਟੀ ਦੇ ਜਿਹੜੇ ਸੂਬੇ ਦੇ ਆਗੂ ਨੇ, ਜਿਹੜੇ ਜਿੱਤ ਕੇ ਨਵੇਂ ਵਿਧਾਨ ਸਭਾ 'ਚ ਪਹੁੰਚੇ ਨੇ ਜੀ, ਬਹੁਤੇ ਪਹਿਲੀ ਵਾਰੀ ਪਹੁੰਚੇ ਨੇ, ਤੇ ਉਹਨਾਂ ਤੇ ਵੀ ਉਹਨਾਂ ਨੇ ਨਿਸ਼ਾਨਾ ਲਾਇਆ। ਉਹਨਾਂ ਨੇ ਕਿਹਾ ਕਿ ਦੇਖੋ, ਇਹਨੀ ਰਾਜਪਾਲ ਨੂੰ ਸਪੀਚ ਨਹੀਂ ਮੁਕੰਮਲ ਕਰਨ ਦਿੱਤੀ। ਰਾਜਪਾਲ ਦੀ ਸਥਿਤੀ ਵੀ ਬਹੁਤ ਹਾਸੋਹੀਣੀ ਬਣੀ ਉੱਥੇ ਜੀ। ਰਾਜਪਾਲ ਜਿਨ੍ਹਾਂ ਦੇ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਪ੍ਰੋ ਬੀਜੇਪੀ ਨੇ, ਪਰ ਅਖੀਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਹੀ ਉਹਨਾਂ ਨੂੰ ਸਪੀਚ ਪੂਰੀ ਕਰਨ ਨਹੀਂ ਦਿੱਤੀ, ਇਹ ਕਹਿ ਕੇ ਕਿ ਸਪੀਚ ਤੇ ਮਮਤਾ ਬੈਨਰਜੀ ਨੇ ਦਿੱਤੀ ਹੈ, ਸਰਕਾਰ ਨੇ ਦਿੱਤੀ ਹੈ, ਤੇ ਇਹ ਤੇ ਉਹੀ ਪੜ੍ਹਨਗੇ। ਬਿਲਕੁਲ। ਤੇ ਭਾਈ ਉਹ ਕੁਛ ਹੀ ਹੋਣਾ ਜੋ ਬਾਕੀ ਸੂਬਿਆਂ 'ਚ ਹੋ ਰਿਹਾ। ਰਾਜਪਾਲ ਆਪਣੀਆਂ ਸਪੀਚਾਂ ਪੜ੍ਹਨ ਲੱਗ ਪਏ ਆਪਣੀ ਮਨਮਰਜ਼ੀ ਦੇ ਨਾਲ, ਤੇ ਫਿਰ ਤੇ ਕੰਮ ਚੱਲ ਹਟਿਆ। ਇੱਥੇ ਤੇ ਉਹ ਕੁਛ ਹੀ ਪੜ੍ਹਨਾ ਪਏਗਾ, ਉਹੀ ਪਰਚੇ ਪੜ੍ਹਨੇ ਪੈਂਦੇ ਨੇ, ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਮਨਜ਼ੂਰ ਨਹੀਂ ਸੀ, ਤੇ ਉਹਨਾਂ ਨੇ ਉਸ ਨੂੰ ਭਾਸ਼ਣ ਮੁਕੰਮਲ ਹੀ ਨਹੀਂ ਕਰਨ ਦਿੱਤਾ। ਹੁਣ ਮਮਤਾ ਬੈਨਰਜੀ ਨੇ ਕਿਹਾ ਕਿ ਇਸ ਵਿਅਕਤੀ ਨੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਕੀਤਾ। ਮੋਦੀ ਨੇ ਕਰੋਨਾ ਦੇ ਮਾਮਲੇ ਵਿੱਚ ਤੇ ਆਰਥਿਕਤਾ ਤਹਿਸ ਨਹਿਸ ਹੋ ਗਈ ਹੈ, ਤੇ ਇਹ ਬੰਦਾ ਜ਼ਿੰਮੇਵਾਰੀ ਨਹੀਂ ਲੈ ਰਿਹਾ। ਉਹਨਾਂ ਨੇ ਇੱਕ ਹੋਰ ਇੰਟਰਸਟਿੰਗ ਜਿਹੜੀ ਗੱਲ ਆਖੀ ਹੈ ਉਹ ਵੀ ਕਰਾਂਗੇ, ਪਰ ਜਿਹੜਾ ਮਾੜਾ ਲਫ਼ਜ਼ ਵਰਤਿਆ, ਉਹਨਾਂ ਨੇ ਕਿਹਾ ਕਿ ਮੈਂ ਬਹੁਤ ਇਸ ਦੇਸ਼ ਵਿੱਚ ਪ੍ਰਧਾਨ ਮੰਤਰੀ ਦੇਖੇ ਨੇ, ਪਰ ਇੰਨਾ ਬੇਸ਼ਰਮ ਪ੍ਰਧਾਨ ਮੰਤਰੀ ਪਹਿਲੀ ਵਾਰੀ ਦੇਖਿਆ। ਅੱਛਾ। ਹੁਣ ਪ੍ਰਧਾਨ ਮੰਤਰੀ ਲਈ ਇਸ ਤਰ੍ਹਾਂ ਦਾ ਲਫ਼ਜ਼ ਵਰਤ ਦੇਣਾ ਮੇਰੇ ਹਿਸਾਬ ਨਾਲ ਬੜੀ ਵੱਡੀ ਗੱਲ ਹੈ। ਜੇ ਕੋਈ ਇਸ ਨੂੰ ਸੀਰੀਅਸਲੀ ਲਵੇ ਤਾਂ ਉਹ ਵੀ ਇੰਨੀ ਦਲੇਰੀ ਨਾਲ ਖੁੱਲ੍ਹੇਆਮ। ਪਰ ਦੂਸਰੇ ਪਾਸੇ ਵਾਲਿਆਂ ਦੇ ਜਿਹੜੇ ਇਸ ਨੂੰ ਸੁਣ ਰਹੇ ਨੇ ਜਾਂ ਜਿਨ੍ਹਾਂ ਨੂੰ ਕਿਹਾ ਗਿਆ ਹੈ, ਉਹ ਇਸ ਨੂੰ ਕਿਸ ਤਰ੍ਹਾਂ ਲੈਂਦੇ ਨੇ, ਉਹ ਵੀ ਦੇਖਣਾ ਬਣਦਾ ਹੈ। ਪਰ ਇਸ ਦੇ ਵਿੱਚ ਇੱਕ ਹੋਰ ਪੱਖ ਨਿਕਲ ਕੇ ਸਾਹਮਣੇ ਆਉਂਦਾ। ਉਹ ਕਹਿੰਦੇ ਜੀ ਕਿ ਪ੍ਰਧਾਨ ਮੰਤਰੀ ਹੋਰ ਵੀ ਦੇਖੇ ਨੇ, ਪਰ ਇੰਨਾ ਬੇਸ਼ਰਮ ਨਹੀਂ ਦੇਖਿਆ। ਇਹਦਾ ਮਤਲਬ ਇਹਨਾਂ ਤੋਂ ਘੱਟ ਬੇਸ਼ਰਮ ਪਹਿਲਾਂ ਦੇਖੇ ਹੋਏ ਨੇ ਉਹਨਾਂ ਨੇ। ਉਹਨਾਂ ਦੇ ਨਾਮ ਵੀ ਕਿਤੇ ਉਹਨਾਂ ਤੋਂ ਪੁੱਛਣੇ ਬਣਦੇ ਨੇ ਕਿ ਉਹ ਕਿਹੜੇ ਸਨ। ਖੈਰ, ਆਪਣੇ ਥਾਂ ਤੇ ਉਹਨਾਂ ਨੇ ਬਿਆਨ ਦਿੱਤੇ ਨੇ। ਇੰਨੇ ਸਖਤ ਲਫ਼ਜ਼ ਵਰਤਣੇ, ਮੈਂ ਸਮਝਦਾ ਮਮਤਾ ਬੈਨਰਜੀ ਭਾਵੇਂ ਜਿੰਨੀ ਵੀ ਮਰਜ਼ੀ ਸਟਰੋਂਗ ਹੋਵੇ ਬੰਗਾਲ ਦੇ ਵਿੱਚ, ਜਿਸ ਤਰ੍ਹਾਂ ਵੀ ਉਹਨਾਂ ਨੇ ਚੋਣ ਜਿੱਤੀ ਹੋਵੇ, ਦੂਸਰੀ ਵਾਰੀ ਤੀਸਰੀ ਵਾਰੀ, ਜੋਤੀ ਬਾਸੂ ਨੇ ਵੀ ਇਸੇ ਤਰ੍ਹਾਂ ਚੋਣਾਂ ਜਿੱਤੀਆਂ ਸਨ ਕਦੇ, ਜੇ ਅੱਜ ਖੱਬੇ ਪੱਖੀ ਪਾਰਟੀਆਂ ਉੱਥੇ ਬਿਲਕੁਲ ਹਾਸ਼ੀਏ ਤੇ ਨੇ, ਕੋਈ ਪੁੱਛਣ ਵਾਲਾ ਨਹੀਂ। ਕਾਂਗਰਸ ਨੇ ਇੰਨਾ ਲੰਬਾ ਸਮਾਂ ਰਾਜ ਕੀਤਾ ਹੈ, ਤੇ ਅੱਜ ਵਿਰੋਧੀ ਧਿਰ ਅਖਵਾਉਣ ਜੋਗੀਆਂ ਵੀ ਸੀਟਾਂ ਨਹੀਂ ਹਨ ਲੋਕ ਸਭਾ ਵਿੱਚ। ਸੋ ਇਹ ਪਤਾ ਨਹੀਂ ਕਿਹੜੇ ਵੇਲੇ ਕਿਸ ਦਾ ਸਮਾਂ ਆ ਜਾਵੇ ਤੇ ਕਿਹੜੀ ਗੱਲ ਦਾ ਜਵਾਬ ਦੇਣਾ ਪੈ ਜਾਵੇ। ਮਮਤਾ ਬੈਨਰਜੀ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਿਵੇਂ ਕਿਸਾਨ ਅੰਦੋਲਨ ਚੱਲਿਆ, ਤੇ ਕਿਸਾਨਾਂ ਨੇ ਜਾ ਕੇ ਆਗੂਆਂ ਨੇ ਉੱਥੇ ਵੱਡੀਆਂ ਰੈਲੀਆਂ ਕੀਤੀਆਂ, ਤੇ ਸਾਰੇ ਉਹਨਾਂ ਦੇ ਨਾਲ ਹੋਏ। ਮਮਤਾ ਦੀ ਜਿੱਤ ਪਿੱਛੇ ਉਹਨਾਂ ਦਾ ਵੀ ਹੱਥ ਸੀ, ਕਿਸਾਨਾਂ ਦਾ। ਬਿਲਕੁਲ ਹੱਥ ਸੀ। ਔਰ ਸਾਰੇ ਦੇਸ਼ ਦਾ ਜਿਹੜਾ ਜਦੋਂ ਮੀਡੀਆ ਇੱਕ ਪਾਸੇ ਹੋ ਗਿਆ ਤੇ ਉਹਨਾਂ ਤੇ ਠੱਪਾ ਲੱਗ ਗਿਆ ਕਿ ਮਮਤਾ ਬੈਨਰਜੀ ਦੇ ਵਿਰੁੱਧ ਭੁਗਤ ਰਹੇ ਨੇ, ਤੇ ਦੂਸਰੇ ਪਾਸੇ ਵਾਲੇ ਵੀ ਸਟਰੋਂਗ ਹੋ ਗਏ। ਸਾਰੀਆਂ ਗੱਲਾਂ ਦਾ ਬੈਨੀਫਿਟ ਉਹਨਾਂ ਨੂੰ ਮਿਲਿਆ। ਕੁਝ ਗੱਲਾਂ ਦਾ ਇਤਰਾਜ਼ ਉਹਨਾਂ ਤੇ ਵੀ ਹੈ, ਜਿਵੇਂ ਕਿ ਚੋਣਾਂ ਤੋਂ ਬਾਅਦ ਹੋਈ ਹਿੰਸਾ। ਉਹ ਕਹਿੰਦੇ ਨੇ ਆਪਣੇ ਬਿਆਨ ਵਿੱਚ, ਉਹਨਾਂ ਨੇ ਕੱਲ੍ਹ ਆਖਿਆ ਕਿ ਝੂਠੀਆਂ ਵੀਡੀਓਜ਼, ਫੇਕ ਵੀਡੀਓਜ਼ ਤੇ ਫੇਕ ਜਾਣਕਾਰੀ ਨਾਲ, ਝੂਠੀ ਜਾਣਕਾਰੀ ਦੇ ਨਾਲ ਸਾਨੂੰ ਬਦਨਾਮ ਕੀਤਾ ਗਿਆ, ਸਾਡੀ ਸਰਕਾਰ ਨੂੰ।
ਤੇ ਸਾਡੇ ਖਿਲਾਫ ਪ੍ਰਚਾਰ ਇਹ ਕੀਤਾ ਗਿਆ ਕਿ ਇਹਨਾਂ ਨੇ ਭਾਜਪਾ ਦੇ ਵਰਕਰਾਂ ਨੂੰ, ਭਾਜਪਾ ਦੇ ਆਗੂਆਂ ਨੂੰ ਜਾਂ ਵਿਰੋਧ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਮਾਰਿਆ, ਕੁੱਟਿਆ ਤੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ। ਹੁਣ ਉਹ ਜਦੋਂ ਬੀਬੀ ਬੈਨਰਜੀ ਗੱਲ ਕਰਦੇ ਨੇ, ਭਾਵੇਂ ਉਹਨਾਂ ਦੇ ਸਾਦਾ ਰਹਿਣ ਸਹਿਣ ਤੋਂ ਬਹੁਤ ਲੋਕ ਕਾਇਲ ਨੇ ਜੀ। ਅੰਨਾ ਹਜ਼ਾਰੇ ਨੇ ਵੀ ਇੱਕ ਵਾਰ ਇਹ ਗੱਲ ਆਖੀ ਸੀ ਕਿ ਤੁਸੀਂ ਕਦੀ ਬੀਬੀ ਦਾ ਰਹਿਣ ਸਹਿਣ ਵੇਖਿਆ? ਉਹਨਾਂ ਦਾ ਇੱਕ ਕਮਰੇ ਦੇ ਵਿੱਚ ਰਹਿੰਦੇ ਨੇ, ਉਹਨਾਂ ਦੇ ਪੈਰਾਂ 'ਚ ਚੱਪਲ ਹੁੰਦੀ ਹੈ, ਠੀਕ ਹੈ, ਸਾਰੀਆਂ ਗੱਲਾਂ ਠੀਕ ਨੇ, ਪਰ ਰਹਿਣ ਸਹਿਣ ਦੇ ਨਾਲ ਕੀ ਇੰਨੇ 10 ਸਾਲਾਂ ਦੇ ਵਿੱਚ ਉਹਨਾਂ ਨੂੰ ਝਾਤੀ ਮਾਰ ਕੇ ਦੇਖਣਾ ਪਏਗਾ ਆਪਣੇ ਅੰਦਰ ਕਿ 10 ਸਾਲਾਂ ਦੇ ਵਿੱਚ ਜਿਹੜਾ ਉਹਨਾਂ ਨੇ ਰਾਜ ਕਰ ਲਿਆ, ਕੀ ਬੰਗਾਲ ਨੂੰ ਉਹਨਾਂ ਨੇ ਕਿਸੇ ਪੱਧਰ ਦਾ ਸੂਬਾ ਬਣਾ ਦਿੱਤਾ? ਕਿ ਬੰਗਾਲ ਵਾਲੇ ਅੱਜ ਇਹ ਕਹਿ ਸਕਦੇ ਨੇ ਕਿ ਅਸੀਂ ਭਾਰਤ ਦੇ ਵਿੱਚੋਂ ਕੋਈ ਜੋ ਸੂਬੇ ਦੀ ਕੋਈ ਇੰਪਰੂਵਮੈਂਟ ਕਰ ਲਈ ਜੋ 10 ਸਾਲ ਪਹਿਲਾਂ ਨਹੀਂ ਹੋਈ ਸੀ ਜੀ। ਬੰਗਾਲ ਦਾ ਪੱਧਰ ਤੇ ਉਹੋ ਜਿਹਾ ਜਾਪਦਾ ਤੇ ਇਹ ਕੋਈ ਏਡੀ ਪ੍ਰਾਪਤੀ ਵਾਲੀ ਗੱਲ ਨਹੀਂ। ਤੀਸਰੀ ਵਾਰ ਇਲੈਕਸ਼ਨ ਜਿੱਤ ਲੈਣੀ, ਇਹ ਇਲੈਕਸ਼ਨ ਜਿੱਤਣ ਤੱਕ ਪ੍ਰਾਪਤੀ ਹੈ। ਇਸ ਤੋਂ ਬਾਅਦ ਉਹਨਾਂ ਨੂੰ ਆਪਣੀਆਂ ਪ੍ਰਾਪਤੀਆਂ ਗਿਣਾਉਣੀਆਂ ਚਾਹੀਦੀਆਂ ਨੇ ਕਿ ਮੈਂ ਕਿਹੜੇ-ਕਿਹੜੇ ਕੰਮ ਕੀਤੇ ਨੇ। ਤੇ ਮਮਤਾ ਬੈਨਰਜੀ ਦੀ ਅਦਾਲਤ ਨਾਲ ਕਿਹੜੀ ਗੱਲੋਂ ਖਟਕੀ ਅੱਜ ਕੱਲ੍ਹ? ਮਮਤਾ ਬੈਨਰਜੀ ਨੇ ਅਦਾਲਤ ਦੇ ਵਿੱਚ ਇੱਕ ਅਪੀਲ ਪਾਈ ਹੋਈ ਹੈ। ਬੇਸਿਕਲੀ ਉਹ ਜੋ ਚੋਣ ਹਾਰ ਗਿਆ ਸੀ ਨੰਦੀਗ੍ਰਾਮ ਤੋਂ, ਸ਼ਵੇਂਦੂ ਅਧਿਕਾਰੀ ਤੋਂ, ਉਸ ਦੇ ਖਿਲਾਫ ਉਹਨਾਂ ਨੇ ਕਿਹਾ ਕਿ ਇਹ ਵੋਟਾਂ ਦੀ ਗਿਣਤੀ ਵਿੱਚ ਘਾਲਾ ਮਾਲਾ ਹੋਇਆ ਹੈ, ਬੜਾ ਟਾਈਮ ਲੱਗਾ ਗਿਣਤੀ ਕਰਨੇ ਨੂੰ, ਫਰਕ ਥੋੜਾ ਸੀ, ਇੱਥੇ ਆ ਵੋਟਾਂ ਇਸ ਤਰ੍ਹਾਂ ਹੋਈਆਂ, ਉਸ ਤਰ੍ਹਾਂ ਹੋਈਆਂ। ਖੈਰ ਫੈਕਟ ਤੇ ਉਹ ਜਾਣਦੇ ਨੇ ਜੀ, ਪਰ ਉਹਨਾਂ ਨੇ ਰੀਕਾਊਂਟਿੰਗ ਲਈ ਜਾਂ ਜਿਸ ਤਰ੍ਹਾਂ ਵੀ ਅਦਾਲਤ ਦੇ ਵਿੱਚ ਅਪੀਲ ਕਰ ਦਿੱਤੀ। ਹੁਣ ਅਪੀਲ ਹੋਈ ਤੇ ਜਿਹੜੇ ਜੱਜ ਉਹਨਾਂ ਦੇ ਕੇਸ ਦੀ ਸੁਣਵਾਈ ਕਰ ਰਹੇ ਸੀ, ਉਹਨਾਂ ਨਾਲ ਬੀਬੀ ਮਮਤਾ ਬੈਨਰਜੀ ਦੀ ਬਣਦੀ ਨਹੀਂ। ਤੇ ਜਦੋਂ ਉਹਨਾਂ ਨੂੰ ਕਲਕੱਤਾ ਹਾਈ ਕੋਰਟ ਦੇ ਉਹਨਾਂ ਨੂੰ ਜਸਟਿਸ ਵਜੋਂ ਅਪਾਇੰਟ ਕੀਤਾ ਗਿਆ ਤੇ ਮਮਤਾ ਬੈਨਰਜੀ ਨੇ ਉਦੋਂ ਵੀ ਉਹਨਾਂ ਦੀ ਵਿਰੋਧਤਾ ਕੀਤੀ ਸੀ, ਪਰ ਸੁਣੀ ਨਹੀਂ ਗਈ ਜੀ। ਕੇਂਦਰ ਨੇ ਲਾ ਦਿੱਤਾ ਤੇ ਲਾ ਦਿੱਤਾ। ਹੁਣ ਉਸੇ ਜੱਜ ਦੇ ਕੋਲ ਉਹਨਾਂ ਦੀ ਸੁਣਵਾਈ ਪਹੁੰਚ ਗਈ ਹੈ ਤੇ ਉਹਨਾਂ ਨੇ ਇੱਕ ਹੋਰ ਅਪੀਲ ਜਿਹੜੀ ਸੀ ਉੱਪਰਲੀ ਅਦਾਲਤ ਵਿੱਚ ਪਾ ਦਿੱਤੀ ਕਿ ਇਸ ਜੱਜ ਨੂੰ ਮੇਰੇ ਕੇਸ ਤੋਂ ਬਦਲਿਆ ਜਾਵੇ। ਅੱਛਾ, ਮੈਨੂੰ ਇਹ ਮਨਜ਼ੂਰ ਨਹੀਂ ਹੈ। ਉਹਨਾਂ ਨੂੰ ਪਰਸਨਲੀ ਪਸੰਦ ਨਹੀਂ? ਨਹੀਂ, ਪਸੰਦ ਤਾਂ ਨਹੀਂ। ਉਹਨਾਂ ਨੇ ਕਿਹਾ ਕਿ ਇਸ ਜੱਜ ਦੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧ ਨੇ। ਅੱਛਾ, ਜੱਜ ਨੇ ਇਹ ਨਹੀਂ ਕਿਹਾ ਕਿ ਮੇਰੇ ਕਿਸੇ ਨਾਲ ਸੰਬੰਧ ਨਹੀਂ। ਜੱਜ ਨੇ ਇਹ ਕਿਹਾ ਕਿ ਦੇਖੋ ਵੋਟ ਪਾਉਣਾ ਤੇ ਸਾਰਿਆਂ ਨੇ ਜਾਣਾ ਹੁੰਦਾ ਤੇ ਉੱਥੇ ਮੈਂ ਕਿਸੇ ਵਿਚਾਰਧਾਰਾ ਨਾਲ ਜੁੜਿਆ ਹੋਵਾਂ ਉਸ ਦਾ ਮਤਲਬ ਇਹ ਨਹੀਂ ਕਿ ਮੈਂ ਉਹਨਾਂ ਦਾ ਬੰਦਾ। ਤੇ ਕਿਸੇ ਤਰੀਕੇ ਨਾਲ ਨਿਆਂਪਾਲਿਕਾ ਤੇ ਉਂਗਲ ਚੁੱਕਣਾ ਨਹੀਂ ਹੈ। ਉਸੇ ਕਰਕੇ ਜੱਜ ਨੇ ਪਾਸੇ ਤੇ ਹਟ ਗਏ ਨੇ ਉਸ ਕੇਸ ਤੋਂ ਕਿ ਮੈਂ ਹਟ ਗਿਆ, ਪਰ ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਜੱਜ ਤੋਂ ਕੇਸ ਸ਼ਿਫਟ ਕਰਨ ਦੀ ਮੰਗ ਕੀਤੀ ਗਈ ਜੀ, ਅਦਾਲਤੀ ਲਫ਼ਜ਼ਾਂ ਦੇ ਵਿੱਚ ਉਹਨੂੰ ਇੱਕ ਖਾਸ ਨਾਮ ਦਿੱਤਾ ਜਾਂਦਾ ਹੈ ਕਿ ਉਸ ਤਰੀਕੇ ਨਾਲ ਜਿਹੜਾ ਤਰੀਕਾ ਵਰਤਿਆ ਗਿਆ ਤੇ ਜਿਸ ਤਰੀਕੇ ਨਾਲ ਜੱਜ ਨੂੰ ਇੱਕ ਕਿਸਮ ਦਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹ ਗਲਤ ਹੈ। ਉਹ ਜਾਂਦੇ ਜਾਂਦੇ ਜੱਜ ਭਾਵੇਂ ਉਹ ਕੇਸ ਤਾਂ ਉਹਨੇ ਛੱਡ ਦਿੱਤਾ ਜਾਂ ਕਿਸੇ ਹੋਰ ਨੂੰ ਸੌਂਪ ਦਿੱਤਾ ਜਾਂ ਉਹਨਾਂ ਕੋਲੋਂ ਲੈ ਲਿਆ ਗਿਆ, 5 ਲੱਖ ਦਾ ਜੁਰਮਾਨਾ ਉਹਨਾਂ ਨੇ ਬੀਬੀ ਮਮਤਾ ਬੈਨਰਜੀ ਤੇ ਠੋਕਿਆ ਤੇ ਬੀਬੀ ਜੀ ਫੇਰ ਚੁੱਪ ਨਹੀਂ ਰਹੇ। ਉਹ ਕਹਿੰਦੇ ਕਿ ਸੱਚ ਬੋਲਣ ਦਾ ਜੁਰਮਾਨਾ ਹੈ। ਅੱਛਾ, ਮੇਰੇ ਤੇ ਜੋ ਮੈਨੂੰ ਠੀਕ ਲੱਗਦਾ ਸੀ, ਅਗਰ ਮੈਂ ਉਹ ਗੱਲ ਕੀਤੀ ਹੈ ਤੇ ਉਹ ਜੱਜ ਨੂੰ ਗੱਲ ਚੁੱਭੀ ਹੈ ਤੇ ਉਸ ਕਰਕੇ ਮੇਰੇ ਤੇ ਜਾਂਦਾ ਜਾਂਦਾ ਜੁਰਮਾਨਾ ਠੋਕ ਗਿਆ ਤੇ ਮੈਂ ਜੁਰਮਾਨਾ ਦੇ ਦੇਣਾ, ਕੋਈ ਗੱਲ ਨਹੀਂ, ਪਰ ਅਪੀਲ ਸਾਡੀ ਜਾਰੀ ਰਹੇਗੀ। ਟ੍ਰਿਕੀ ਸਿਚੁਏਸ਼ਨ ਹੈ ਬੀਬੀ ਮਮਤਾ ਬੈਨਰਜੀ ਵਾਸਤੇ। ਹੁਣ ਇੱਕ ਪਾਸੇ ਤੇ ਕੇਂਦਰ ਨਾਲ ਇੰਨੀ ਵੱਡੇ ਪੱਧਰ ਤੇ ਖਹਿਬਾਜੀ, ਉੱਤਰਾਖੰਡ ਦੇ ਵਿੱਚ ਤੀਰਥ ਸਿੰਘ ਰਾਵਤ ਨੂੰ ਭਾਰਤੀ ਜਨਤਾ ਪਾਰਟੀ ਦਾ ਹਟਾਉਣਾ ਜੀ। ਭਾਰਤੀ ਜਨਤਾ ਪਾਰਟੀ ਨੇ ਇਹ ਕਹਿ ਦਿੱਤਾ ਕਿ ਸੰਵਿਧਾਨਕ ਸੰਕਟ ਤੋਂ ਬਚਣ ਲਈ ਤੀਰਥ ਸਿੰਘ ਰਾਵਤ ਤੋਂ ਜਿਹੜਾ ਅਸੀਂ ਅਸਤੀਫਾ ਲੈ ਲਿਆ। ਹੁਣ ਸੰਵਿਧਾਨਕ ਸੰਕਟ ਕਿਹੜਾ ਹੈ ਕਿ ਉਹ ਸੀਟਾਂ ਦੀ ਗੱਲ ਨਹੀਂ ਸੀ ਬਣ ਰਹੀ। ਜਦੋਂ ਕੋਈ ਕਿਸੇ ਨਾ ਜਿੱਤੇ ਹੋਏ ਮੁੱਖ ਮੰਤਰੀ ਨੂੰ ਜੋ ਆਪਣੀ ਸੀਟ ਹਾਰ ਗਿਆ ਹੋਵੇ ਪਰ ਉਹ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਸੂਬੇ ਦਾ, 6 ਮਹੀਨਿਆਂ 'ਚ ਕੋਈ ਨਾ ਕੋਈ ਸੀਟ ਜਿੱਤਣੀ ਪੈਂਦੀ ਹੈ। ਬਾਹਰਲੇ ਦੇਸ਼ਾਂ ਵਿੱਚ ਵੀ ਇਹੋ ਜਿਹਾ ਰਿਵਾਜ ਹੈ ਜੀ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਵੀ ਇਸ ਤਰ੍ਹਾਂ ਹੋ ਗਏ ਸੀ ਇੱਕ ਵਾਰ। ਫਿਰ ਕਿਸੇ ਨੇ ਅਸਤੀਫਾ ਦਿੱਤਾ ਤੇ ਬੀਬੀ ਨੇ ਲੈਨਫੋਰਡ ਕ੍ਰਿਸਟੀ ਨੇ ਜਿਹੜੀ ਸੀ ਉਹਨਾਂ ਨੇ ਚੋਣ ਜਿੱਤ ਲਈ ਸੀ ਦੂਸਰੇ ਥਾਂ ਤੋਂ ਜਾ ਕੇ। ਹੁਣ ਕ੍ਰਿਸਟੀ ਕਲਾਰਕ ਨੇ ਇਸੇ ਤਰ੍ਹਾਂ ਹੀ ਤੀਰਥ ਸਿੰਘ ਰਾਵਤ ਨੂੰ ਤੇ ਹਟਾ ਦਿੱਤਾ। ਹੁਣ ਭਾਰਤੀ ਜਨਤਾ ਪਾਰਟੀ 3-4 ਮਹੀਨਿਆਂ ਬਾਅਦ ਕਹੇਗੀ ਕਿ ਮਮਤਾ ਬੈਨਰਜੀ ਨੇ ਵੀ ਸੀਟ ਜਿੱਤੀ ਨਹੀਂ ਹੈ, ਉਧਰੋਂ ਅਦਾਲਤ ਵਿੱਚ ਕੇਸ ਪੈਂਡ ਹੈਗਾ ਤੇ ਇਹ ਵੀ ਛੱਡ ਦੇਵੇ। ਹੁਣ ਬੀਬੀ ਕੋਲ ਕੀ ਜਵਾਬ ਹੋਵੇਗਾ? ਜਾਂ ਤਾਂ ਕਿਸੇ 2 ਨੰਬਰ ਨੂੰ ਬਣਾਏਗੀ ਜਿਹੜਾ ਦੂਸਰੇ ਨੰਬਰ ਤੇ ਹੈ, ਜਾਂ ਕੋਈ ਯਕੀਨ ਵਾਲਾ ਬੰਦਾ ਬਣਾਏਗੀ ਕਿ ਜਦੋਂ ਫਿਰ ਮੈਂ ਜਿੱਤਾਂਗੀ ਫਿਰ ਦੇਖੀ ਜਾਓ, ਜਾਂ ਉਹਦੇ ਕੋਲ ਕੋਈ ਕੁੰਡੀ ਅਜੇ ਵੀ ਹੈ। ਇਹ ਤੇ ਬੀਬੀ ਜੀ ਦੱਸ ਸਕਦੇ ਨੇ। ਪਰ ਓਵਰਆਲ ਜੇ ਮੈਂ ਇਹਨੂੰ ਸਿਚੁਏਸ਼ਨ ਨੂੰ ਲਵਾਂ, ਜਿਸ ਤਰ੍ਹਾਂ ਦੀ ਕਸ਼ਮਕਸ਼, ਭੈੜੀ ਕਿਸਮ ਦੀ ਕਸ਼ਮਕਸ਼ ਜਿਹੜੀ ਬੰਗਾਲ ਸਰਕਾਰ ਦੇ ਨਾਲ ਚੱਲ ਪਈ ਹੈ ਕੇਂਦਰ ਦੀ, ਇੰਨੀ ਸਾਡੇ ਦੇਸ਼ ਦੀਆਂ ਲੋਕਤੰਤਰਿਕ ਪ੍ਰਕਿਰਿਆਵਾਂ ਵਾਸਤੇ ਚੰਗੀ ਨਹੀਂ ਜੀ। ਇਸ ਵਿੱਚ ਕਸੂਰਵਾਰ ਪਹਿਲਾਂ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਵਾਲੀ ਹੈ, ਫਿਰ ਬੀਬੀ ਮਮਤਾ ਬੈਨਰਜੀ ਦਾ ਵੀ ਕਸੂਰ ਹੈ
ਕਿ ਹੁਣ ਜਦੋਂ ਚੋਣ ਜਿੱਤ ਗਏ ਨੇ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਚੀਜ਼ ਦਾ ਸਨਮਾਨ ਕਰਨਾ ਚਾਹੀਦਾ ਹੈ। ਪਰ ਦਿਨ ਬ ਦਿਨ ਨਵੀਆਂ ਅੜਚਣਾਂ ਆ ਰਹੀਆਂ ਨੇ। ਰਾਜਪਾਲ ਵਾਲੀ ਗੱਲ ਹੋ ਜਾਂਦੀ ਹੈ, ਰਾਜਪਾਲ ਉੱਥੋਂ ਨਿਕਲ ਕੇ ਰਾਜੀ ਨਹੀਂ। ਤੇ ਜੇ ਚੀਫ ਮਿਨਿਸਟਰ ਤੇ ਉਹਨਾਂ ਦੇ ਸਹਿਯੋਗੀ ਜਾਂ ਉੱਥੇ ਦੀ ਸਰਕਾਰ ਚਾਹੁੰਦੀ ਹੈ ਕਿ ਰਾਜਪਾਲ ਨੂੰ ਬਦਲ ਦਿਓ, ਤੇ ਤੁਸੀਂ ਹੁਣੇ ਕਿੰਨੇ ਰਾਜਪਾਲ ਬਦਲੇ ਨੇ, ਉਹਨਾਂ ਨੂੰ ਵੀ ਬਦਲ ਦਿਓ। ਉਹਨਾਂ ਨੂੰ ਕਰੋ ਜਿੱਥੇ ਫਿੱਟ ਕਰਨਾ। ਕਿਉਂ ਉਹਨਾਂ ਦੇ ਸਿਰ ਤੇ ਬਿਠਾਇਆ ਹੋਇਆ? ਕਿੰਨੀ ਵਾਰੀ ਬੇਇੱਜ਼ਤੀ ਹੋਈ ਹੈ ਉਹਨਾਂ ਦੀ, ਔਰ ਕਿਵੇਂ ਅੰਕਲ ਜੀ ਕਹਿ ਕੇ ਮੋਹਾ ਮੋਹਤਰਾ ਨੇ ਉਹਨਾਂ ਨੂੰ ਉੱਥੋਂ ਜਿਹੜਾ ਲਲਕਾਰਿਆ, ਤੇ ਰਾਜਪਾਲ ਸਾਹਿਬ ਨੂੰ ਕੋਈ ਜਵਾਬ ਨਹੀਂ ਆਉਂਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਡੇ ਪ੍ਰਕਿਰਿਆਵਾਂ ਨੂੰ ਢਾਹ ਲੱਗ ਰਹੀ ਹੈ। ਇਹ ਚੰਗੀ ਗੱਲ ਨਹੀਂ। ਇਸ ਤੋਂ ਥੋੜਾ ਜਿਹਾ ਮੋੜ ਪਾਸਾ ਵੱਟਣਾ ਚਾਹੀਦਾ। ਹੋਰ ਵੀ ਮੁੱਦਿਆਂ ਤੇ ਚਰਚਾ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਵਕਫੇ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਕੁਲਦੀਪ ਜੀ, ਇਸ ਤੋਂ ਪਹਿਲਾਂ ਕਿ ਰਾਜਨੀਤੀ ਵੱਲ ਫੇਰ ਮੋੜ ਕੱਟ ਲਈਏ, ਕੋਵਿਡ ਦੀ ਗੱਲ ਕਰਦੇ ਹਾਂ। ਕੋਵਿਡ ਦੀ ਦੂਜੀ ਲਹਿਰ ਤੋਂ ਭਾਰਤ ਨੂੰ ਨਿਜਾਤ ਮਿਲ ਗਈ ਹੈ, ਪਰ ਸਰਕਾਰਾਂ ਕਿਹੜੀ ਗੱਲੋਂ ਚਿੰਤਾ ਡੁੱਬ ਗਈਆਂ ਨੇ? ਨਿਜਾਤ ਨਹੀਂ ਮਿਲੀ ਸਵਲੀਨ ਜੀ, ਰਾਹਤ ਮਿਲੀ। ਰਾਹਤ ਨਿਜਾਤ ਤੇ ਜਦੋਂ ਮਿਲੇਗੀ ਉਹ ਦਿਨ ਉਡੀਕ ਰਹੇ ਆ ਕਿ ਕੋਵਿਡ ਤੋਂ ਨਿਜਾਤ ਫਿਰ ਤਾਂ ਖਤਮ ਹੈ ਜੀ, ਪੂਰਨ ਰੂਪ ਵਿੱਚ ਛੁਟਕਾਰਾ ਨਹੀਂ ਹੈ। ਰਾਹਤ ਮਿਲੀ ਹੈ। ਕੁਝ ਸੂਬਿਆਂ ਦੇ ਵਿੱਚ ਕੇਸ ਵੱਧ ਵੀ ਰਹੇ ਨੇ। ਮਹਾਰਾਸ਼ਟਰ ਤੇ ਕੇਰਲਾ ਵਿੱਚ ਸਥਿਤੀ ਬਹੁਤ ਹੀ ਵਧੀਆ ਨਹੀਂ ਜੀ। ਮਹਾਰਾਸ਼ਟਰ ਤੇ ਕੇਰਲਾ ਦੇ ਵਿੱਚ ਪਿਛਲੇ 2 ਦਿਨਾਂ ਤੋਂ ਜਿੰਨੇ ਕੇਸ ਨਵੇਂ ਆਏ ਨੇ ਉਸ ਤੋਂ ਘੱਟ ਠੀਕ ਹੋਏ ਨੇ, ਭਾਵ ਕੁੱਲ ਜਿਹੜੇ ਐਕਟਿਵ ਕੇਸ ਨੇ ਉਹ ਵਧੇ ਨੇ। ਪੋਜ਼ਿਟਿਵਿਟੀ ਦਰ ਹੈਗੀ ਜ਼ਿਆਦਾ ਉੱਥੇ। ਹਾਂਜੀ, ਪੋਜ਼ਿਟਿਵਿਟੀ ਦਰ ਹੋਰ ਚੀਜ਼ ਹੈ। ਉਹ ਇਸ ਤਰ੍ਹਾਂ ਹੈ ਕਿ ਜਿਵੇਂ 100 ਵਿਅਕਤੀ ਜਾਂਦਾ ਹੈ ਟੈਸਟ ਕਰਾਉਣ ਤੇ ਉਸ ਵਿੱਚੋਂ ਕਿੰਨੇ ਪੋਜ਼ਿਟਿਵ ਨਿਕਲਦੇ ਨੇ ਜੀ, ਉਹ ਪੋਜ਼ਿਟਿਵਿਟੀ ਦਰ ਹੈ, ਉਹ ਘਟੀ ਹੈ। ਜਿਹੜਾ ਠੀਕ ਹੋਣ ਦੀ ਦਰ ਹੈ ਉਹ ਓਵਰਆਲ ਇੰਪਰੂਵ ਹੋ ਰਹੀ ਹੈ ਪੂਰੇ ਭਾਰਤ ਵਿੱਚ। ਸਭ ਤੋਂ ਵੱਧ ਦਿੱਲੀ ਨੇ ਇੰਪਰੂਵ ਕੀਤਾ, ਜਿੱਥੇ 1000 ਤੋਂ ਘੱਟ ਕੇਸ ਨੇ ਇਸ ਵੇਲੇ। ਦਿੱਲੀ ਵਿੱਚ ਹਾਲਤ ਵੀ ਬਹੁਤ ਮਾੜੀ ਸੀ। ਪੰਜਾਬ ਦੇ ਵਿੱਚ 2000 ਐਕਟਿਵ ਕੇਸ ਨੇ। 5 ਤੋਂ ਲੈ ਕੇ 10 ਮੌਤਾਂ ਪੰਜਾਬ ਦੇ ਵਿੱਚ ਔਸਤਨ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ, ਤੇ ਇੱਥੇ ਠੀਕ ਹੋਣ ਵਾਲਿਆਂ ਦੀ ਗਿਣਤੀ ਅਜੇ ਜਿਹੜੀ ਹੈ 100 ਦੇ ਫਰਕ ਨਾਲ ਵੱਧ ਹੈ ਜੀ ਨਵੇਂ ਮਰੀਜ਼ਾਂ ਨਾਲੋਂ। ਸੋ ਹਾਲਾਤ ਕਾਬੂ 'ਚ ਨੇ। ਦੂਸਰੀ ਲਹਿਰ ਦੇ ਮਹਾਰਾਸ਼ਟਰ ਤੇ ਕੇਰਲਾ ਵਿੱਚ ਸਥਿਤੀ ਚਿੰਤਾਜਨਕ ਹੈ। ਉੱਥੇ ਟੀਕਾਕਰਨ ਹੋ ਵੀ ਰਿਹਾ ਤੇ ਸਿਆਸਤ ਭਾਰੂ ਹੈ। ਕੇਰਲਾ ਦੇ ਬਾਰੇ ਬਹੁਤੀ ਜਾਣਕਾਰੀ ਨਹੀਂ ਇਸ ਕਰਕੇ ਕਿਉਂਕਿ ਸਿਆਸਤ ਦਾ ਰੌਲਾ ਉੱਥੋਂ ਅਜੇ ਤੱਕ ਬਹੁਤਾ ਨਹੀਂ ਪਿਆ। ਪਰ ਮਹਾਰਾਸ਼ਟਰ ਦੇ ਵਿੱਚ ਤੇ ਖਿੱਚੋਤਾਣ ਜਿਹੜੀ ਹੈ ਉਹ ਉਧਵ ਠਾਕਰੇ ਦੀ ਸਰਕਾਰ ਨਾਲ ਕੇਂਦਰ ਦੀ ਚੱਲਦੀ ਰਹਿੰਦੀ ਜੀ। ਹੁਣ ਪੰਜਾਬ ਸਰਕਾਰ ਨੇ ਤਾਂ ਜਿੰਨਾ ਕੁ ਕੰਮ ਕਰਨਾ ਸੀ ਕਰ ਲਿਆ, ਤੇ ਇਹ ਆਪਣੀ ਤਾਣੀ ਉਲਝਾ ਕੇ ਬੈਠੇ ਹੋਏ ਨੇ। ਤੇ ਉਸ ਨੂੰ ਹੁਣ ਜੇ ਇੱਕ ਤੰਦ ਉਲਝੀ ਹੋਵੇ ਤੇ ਉਸ ਨੂੰ ਸਿੱਧੀ ਕਰ ਲੈਣ, ਤਾਣੀ ਉਲਝੀ ਹੋਈ ਉਹਦੀ ਬਾਅਦ ਵਿੱਚ ਗੱਲ ਕਰਦੇ ਹਾਂ। ਕੇਂਦਰ ਸਰਕਾਰ ਨੇ ਚੇਤਾਵਨੀ ਜੀ ਇੱਕ ਜਾਰੀ ਕੀਤੀ ਹੈ। ਇਹ ਹੁਣ ਪਤਾ ਨਹੀਂ ਕਿ ਉਹਨਾਂ ਦਾ ਚੇਤਾਵਨੀ ਦੇਣ ਦਾ ਅਰਥ ਕੀ ਹੈ। ਉਹ ਕਹਿੰਦੇ ਜੀ ਕਿ ਇਸ ਤਰ੍ਹਾਂ ਵੱਡੇ ਵੱਡੇ ਇਕੱਠ ਜਿਹੜੇ ਕਰਨੇ ਨੇ ਨਾ ਉਹਨੂੰ ਬੰਦ ਕਰ ਦਿਓ। ਖਾਸ ਤੌਰ ਤੇ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਠੰਡੇ ਜਿਹੜੇ ਹਿੱਲ ਸਟੇਸ਼ਨ ਨੇ ਸਾਡੇ, ਉੱਥੇ ਨੂੰ ਸਾਡੇ ਹੋਰ ਸੂਬਿਆਂ ਦੇ ਗਰਮ ਸੂਬਿਆਂ ਦੇ ਜਿੰਨੇ ਲੋਕ ਨੇ ਉਹ ਵਹੀਰਾਂ ਘੱਤ ਲਈਆਂ ਨੇ, ਤੇ ਉੱਥੇ ਵੱਡੀ ਗਿਣਤੀ ਦੇ ਵਿੱਚ ਜਾ ਕੇ ਉੱਥੇ ਬਾਜ਼ਾਰਾਂ ਦੇ ਵਿੱਚ ਤੇ ਖੁੱਲ੍ਹੇ ਥਾਵਾਂ ਦੇ ਵਿੱਚ ਮਾਲ ਰੋਡਾਂ ਤੇ ਉੱਥੇ ਘੁੰਮਦੇ ਫਿਰਦੇ ਨੇ ਬਿਨਾਂ ਮਾਸਕ ਤੋਂ, ਬਿਨਾਂ ਸਮਾਜਿਕ ਦੂਰੀ ਦਾ ਖਿਆਲ ਕੀਤੇ ਹੋਏ। ਤੇ ਕੋਵਿਡ ਦੀ ਤੀਸਰੀ ਲਹਿਰ ਵਾਸਤੇ ਉਹ ਬਿਲਕੁਲ ਉਹ ਜਿਵੇਂ ਕਹਿੰਦੇ ਨੇ ਕਿ ਸੱਦਾ ਦੇ ਰਹੇ ਨੇ। ਉਹ ਇੱਕ ਸਮਾਨ ਬਣ ਸਕਦੇ ਨੇ, ਜ਼ਰੀਆ ਬਣ ਸਕਦੇ ਨੇ ਜਿਸ ਨਾਲ ਤੀਸਰੀ ਲਹਿਰ ਜਿਹੜੀ ਆ ਉਹ ਫੈਲ ਸਕਦੀ ਹੈ ਜੀ। ਡੈਲਟਾ ਵੇਰੀਐਂਟ ਕਈ ਮੁਲਕਾਂ 'ਚ ਥੋੜ੍ਹੇ ਪੈਰ ਪਸਾਰ ਰਿਹਾ। USA ਦੇ ਵਿੱਚ ਇਸ ਦੇ ਕਾਫੀ ਕੇਸ ਵਧੇ ਨੇ, ਪਰ ਕਿਉਂਕਿ ਟੀਕਾਕਰਨ ਉੱਥੇ ਕਾਫੀ ਹੋ ਚੁੱਕਾ ਹੈ ਤੇ ਉੱਥੇ ਸ਼ਾਇਦ ਇੰਨੀ ਭਿਆਨਕ ਸਥਿਤੀ ਨਾ ਹੋਵੇ ਜਿਸ ਤਰ੍ਹਾਂ ਦੀ ਭਾਰਤ ਵਿੱਚ ਹੋ ਗਈ ਸੀ। ਕੁਝ ਇੱਕ ਮੀਡੀਆ ਸੰਸਥਾਨਾਂ ਵੱਲੋਂ ਆਪਣੇ ਤੌਰ ਤੇ ਗੱਲ ਦਬੀ ਆਵਾਜ਼ ਵਿੱਚ ਪਿਛਲੇ ਦਿਨੀ ਕੀਤੀ ਗਈ, ਬਲਕਿ 2-3 ਮਹੀਨਿਆਂ ਤੋਂ ਕੀਤੀ ਜਾ ਰਹੀ ਕਿ ਮੌਤਾਂ ਦੇ ਅੰਕੜੇ ਓਨੇ ਨਹੀਂ। ਜੇ ਸ਼ਮਸ਼ਾਨ ਘਾਟਾਂ, ਕਬਰਸਤਾਨਾਂ, ਦਰਿਆਵਾਂ ਦੇ ਕੰਢਿਆਂ ਤੇ ਅਸਥੀਆਂ ਤਾਰਨ ਵਾਲੀਆਂ ਜਗ੍ਹਾ ਦੀ ਗਿਣਤੀ ਕੀਤੀ ਜਾਵੇ ਤੇ ਗਿਣਤੀ ਇਸ ਤੋਂ ਕਈ ਗੁਣਾ ਵੱਧ ਹੋ ਸਕਦੀ ਹੈ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਗੁਰਦੁਆਰਾ ਕੀਰਤਪੁਰ ਸਾਹਿਬ ਹੈ, ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਦੇ ਵਿੱਚ, ਉੱਥੇ ਵੀ ਦੱਸਿਆ ਜਾਂਦਾ ਸੀ ਕਿ ਅੱਗੇ ਨਾਲੋਂ ਵੱਧ ਗਿਣਤੀ ਦੇ ਵਿੱਚ ਲੋਕ ਗਏ ਨੇ। ਹੁਣ ਜਿੱਥੇ ਵੀ ਗਏ ਨੇ ਲੋਕ, ਉਹਨਾਂ ਦੀ ਗਿਣਤੀ ਦਾ ਹਿਸਾਬ ਤੇ ਚਲੋ ਕੋਈ ਕੱਢੇਗਾ ਤੇ ਸਾਹਮਣੇ ਆ ਜਾਵੇਗਾ, ਪਰ ਮੌਤਾਂ ਦੀ ਗਿਣਤੀ ਬਾਰੇ ਸਰਕਾਰਾਂ ਝੂਠ ਬੋਲੀਆਂ ਨੇ। ਇਹ ਗੱਲ ਕਈ ਲੋਕ ਦਬਵੀਂ ਆਵਾਜ਼ ਵਿੱਚ ਕਰਦੇ ਰਹੇ ਨੇ। ਹੁਣ ਇਸ ਗੱਲ ਦੀ ਤਹਿਕੀਕਾਤ ਕੀਤੇ ਤੋਂ ਬਿਨਾਂ ਜੋ ਅਗਾਂਹ ਸੋਚਣ ਦੀ ਲੋੜ ਹੈ, ਉਸ ਮੁਤਾਬਕ ਟੀਕਾਕਰਨ ਹੀ ਸਾਨੂੰ ਨਿਜਾਤ ਦਾ ਜਿਹੜਾ ਲਫ਼ਜ਼ ਹੈ ਨਾ ਇਸ ਵੱਲ ਲੈ ਕੇ ਜਾ ਸਕਦਾ ਹੈ, ਨਹੀਂ ਤੇ ਰਾਹਤ ਹੀ ਆ ਜੇ ਸਾਡੇ ਪੱਲੇ ਜੀ। ਟੀਕਾਕਰਨ 22% ਦੀ ਆਬਾਦੀ ਨੂੰ ਜਿਹੜਾ ਉਹ ਪਹਿਲੀ ਡੋਜ਼ ਲੱਗ ਚੁੱਕੀ ਹੈ ਭਾਰਤ ਵਿੱਚ, ਤੇ 5% ਦੀ ਜਿਹੜੀ ਹੈ ਉਹ ਉਹਨਾਂ ਨੂੰ ਡਬਲ ਡੋਜ਼ ਲੱਗ ਚੁੱਕੀ ਹੈ। ਅਜੇ ਟੀਕਾਕਰਨ ਸਲੋ ਹੈ, ਉਨੀ ਰਫ਼ਤਾਰ ਨਹੀਂ ਫੜ ਰਿਹਾ ਜਿੰਨੀ ਫੜਨੀ ਚਾਹੀਦੀ ਹੈ। ਕੰਪਨੀਆਂ ਦੋ ਕੇ ਨਹੀਂ ਅੱਗੇ। ਕੋਵੈਕਸਿਨ ਬਾਰੇ ਭਰਮ ਉਵੇਂ ਬਰਕਰਾਰ ਹੈ। ਸਰਕਾਰ ਅਜੇ ਤੱਕ ਲੋਕਾਂ ਦਾ ਭਰਮ ਦੂਰ ਕਰਨ ਦੇ ਵਿੱਚ ਅਸਮਰੱਥ ਹੈ। ਕੋਵਿਸ਼ੀਲਡ ਲੋਕਾਂ ਦੇ ਜ਼ੋਰ ਸ਼ੋਰ ਨਾਲ ਲਾਇਆ ਜਾ ਰਿਹਾ ਹੈ। ਬਾਕੀ ਟੀਕਿਆਂ ਦੀ ਖੇਪਾਂ ਜਿਹੜੀਆਂ ਨੇ
ਉਹਨਾਂ ਦੇ ਬਾਰੇ ਕੁਝ ਪਤਾ ਨਹੀਂ। ਰੂਸ ਦਾ ਟੀਕਾ ਕਿੱਥੇ ਲੱਗ ਰਿਹਾ, ਕਿਹਦੇ ਹੈ, ਸਰਕਾਰ ਇਸ ਦੇ ਬਾਰੇ ਕੋਈ ਡਿਟੇਲ ਜਾਣਕਾਰੀ ਨਹੀਂ ਦੇ ਰਹੀ। ਜੇ ਕੋਈ ਨਹੀਂ ਪੁੱਛਦਾ ਤਾਂ ਉਸਦੇ ਕੋਵੈਕਸਿਨ ਲਗਾ ਦਿੱਤਾ ਜਾਂਦਾ, ਜੇ ਕੋਈ ਕਹਿੰਦਾ ਮੇਰੇ ਕੋਵਿਸ਼ੀਲਡ ਲਾਓ ਤਾਂ ਫਿਰ ਉਸਨੂੰ ਕੋਵਿਸ਼ੀਲਡ ਲਾ ਦਿੱਤਾ ਜਾਂਦਾ ਹੈ। ਦੂਸਰੀ ਡੋਜ਼ ਬਾਰੇ ਲੋਕਾਂ ਦੇ ਵਿੱਚ ਭਰਮ ਬਣਿਆ ਹੋਇਆ ਹੈ। ਸਾਰੇ ਲੋਕ ਕਨਫਿਊਜ਼ ਨੇ ਕਿ ਸਾਨੂੰ ਤਾਂ ਇੰਨੇ ਦਿਨਾਂ ਬਾਅਦ ਕਿਹਾ ਸੀ ਕਿ ਲਾ ਕੇ ਲਗਵਾ ਲਿਓ, ਤੇ ਸਾਨੂੰ ਅਜੇ ਤੱਕ ਦੁਬਾਰਾ ਸਾਨੂੰ ਹੁਣ ਡੇਟ ਨਹੀਂ ਦਿੱਤੀ ਜਾ ਰਹੀ। ਸਰਕਾਰੀ ਥਾਵਾਂ ਤੇ ਲਾਏ ਜਾ ਰਹੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ। ਮੈਂ ਸਮਝਦਾ ਕਿ ਸਰਕਾਰ ਨੂੰ ਅਜੇ ਵੀ ਧਿਆਨ ਦੇਣਾ ਚਾਹੀਦਾ ਹੈ। ਮੰਤਰੀ ਮੰਡਲ ਦੇ ਬਾਜ਼ਾਰ ਦੇ ਵਿੱਚ ਫੇਰ ਬਦਲਣ ਨਾਲੋਂ ਕਿਤੇ ਟੀਕਿਆਂ ਦਾ ਕਿਸੇ ਤਰ੍ਹਾਂ ਕੋਈ ਜਹਾਜ਼ ਮੰਗਵਾ ਲੈਣ ਬਾਹਰੋਂ, ਜਿਨ੍ਹਾਂ ਮੁਲਕਾਂ ਕੋਲ ਵਾਧੂ ਪਏ ਹੋਏ ਨੇ, ਜਾਂ ਕੰਪਨੀਆਂ ਨੂੰ ਕੋਈ ਇੰਡੈਮਨਿਟੀ ਬੌਂਡ ਵੀ ਦੇ ਦੇਣ, ਤੇ ਸਾਨੂੰ ਅੱਜ ਲੋੜ ਹੈ ਜਿਸ ਨਾਲ ਅਸੀਂ ਤੀਸਰੀ ਲਹਿਰ ਤੋਂ ਬਚ ਜਾਈਏ। ਕੋਵਿਡ ਦੀ ਸਥਿਤੀ ਹੈ। ਬਿਲਕੁਲ ਦਰੁਸਤ ਗੱਲ ਆਖੀ ਹੈ ਵੀ ਟੀਕੇ ਘੱਟ ਨੇ ਤੇ ਖਤਰਾ ਵੱਧ ਹੈ। ਇਸ ਤੋਂ ਪਹਿਲਾਂ ਕਿ ਪੰਜਾਬ ਦੀ ਸਿਆਸਤ 'ਚ ਖੁੱਭ ਜਾਈਏ, ਕਿਸਾਨ ਅੰਦੋਲਨ ਦੀ ਥੋੜੀ ਜਿਹੀ ਗੱਲ ਕਰ ਲੈਂਦੇ ਆ। ਕਿਹੜੀਆਂ ਨਵੀਆਂ ਰਣਨੀਤੀਆਂ ਘੜੀਆਂ ਨੇ? ਕਿਸਾਨ ਅੰਦੋਲਨ ਵਿੱਚ ਨਵੀਆਂ ਰਣਨੀਤੀਆਂ ਨਿੱਤ ਘੜੀਆਂ ਜਾ ਰਹੀਆਂ ਨੇ। ਹੁਣ ਅੱਜ ਵੀ ਸੜਕਾਂ ਤੇ ਕਿਸਾਨ ਨੇ ਟ੍ਰੈਫਿਕ ਰੋਕ ਕੇ ਦੁਪਹਿਰ ਦੇ 2 ਘੰਟੇ ਵਾਸਤੇ ਉਹਨਾਂ ਨੇ ਜਿਹੜਾ ਹੈ ਆਪਣਾ ਰੋਸ ਮੁਜ਼ਾਹਰੇ ਜਿਹੜੇ ਨੇ ਉਹ ਕਰਨੇ ਸ਼ੁਰੂ ਕੀਤੇ ਹੋਏ ਨੇ ਜੀ। ਰਕੇਸ਼ ਟਕੈਤ ਆਪਣੇ ਤਰੀਕੇ ਨਾਲ ਲੱਗੇ ਹੋਏ ਨੇ, ਤੇ ਉੱਥੇ ਵੱਖ-ਵੱਖ ਆਗੂਆਂ ਨੂੰ ਬੁਲਾ ਕੇ ਕਦੀ ਵਾਲਮੀਕੀ ਸਮਾਜ, ਕਦੀ ਕਿਸੇ ਨੂੰ ਉੱਥੇ ਉਹ ਆਪਣੇ ਤਰੀਕੇ ਨਾਲ ਪ੍ਰਚਾਰ ਕਰਦੇ ਨੇ। ਸਟੇਜ ਤੇ ਵੀ ਪਹੁੰਚ ਜਾਂਦੇ ਨੇ ਤੇ ਫਿਰ ਖੇਤਰ ਦੇ ਵਿੱਚ ਵੀ ਜਾਂਦੇ ਨੇ। ਉਹਨਾਂ ਨੇ ਤੇ ਆਪਣਾ ਤਰੀਕਾ ਬਣਾਇਆ ਹੋਇਆ, ਤੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਕਈ ਆਗੂਆਂ ਨੂੰ ਮਾੜਾ ਮੋਟਾ ਕਈ ਵਾਰੀ ਨਾਲ ਲੈ ਜਾਂਦੇ ਨੇ, ਤੇ ਉੱਥੇ ਇਕੱਠਤਾ ਦਾ ਜਿਹੜਾ ਮੁਜ਼ਾਹਰਾ ਉਹ ਕਰਦੇ ਨੇ ਜੀ। ਹੁਣ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕੱਲ ਪਰਸੋਂ ਕਿ ਤੁਸੀਂ ਸਰਕਾਰ ਤੁਹਾਨੂੰ ਜਦੋਂ ਜੇ ਕਹਿੰਦੀ ਹੈ ਕਿ ਗੱਲਬਾਤ ਕਰੋ, ਤੁਸੀਂ ਕਰਦੇ ਕਿਉਂ ਨਹੀਂ? ਉਹ ਕਹਿੰਦੇ ਜੀ ਕਿ ਸਰਕਾਰ ਥੋੜ੍ਹਾ ਹੈ, ਇਹ ਤਾਂ ਪ੍ਰਾਈਵੇਟ ਕੰਪਨੀ ਹੈ, ਤੇ ਅਸੀਂ ਪ੍ਰਾਈਵੇਟ ਕੰਪਨੀ ਨਾਲ ਗੱਲ ਨਹੀਂ ਕਰਨੀ। ਜਿੱਦਣ ਸਾਨੂੰ ਲੱਗੂਗਾ ਕਿ ਸਰਕਾਰ ਹੈ ਉਸ ਦਿਨ ਅਸੀਂ ਗੱਲ ਕਰਾਂਗੇ। ਫਿਰ ਕਾਰਪੋਰੇਟ ਵਾਲੇ ਉਹ ਕਹਿੰਦੇ ਸਾਡੇ ਤੇ 40-42 ਮਹੀਨਿਆਂ ਦੀ ਲੜਾਈ ਆ, ਲੰਬੀ ਖੇਡ ਉਹ ਤਾਂ ਖੇਡੀ ਬੈਠੇ ਨੇ, ਤੇ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਹੈ। ਅਸਲ ਵਿੱਚ ਮੈਨੂੰ ਜੋ ਜਾਪ ਰਿਹਾ ਕਿ ਰਕੇਸ਼ ਟਕੈਤ ਚਲੋ ਕਿਸਾਨੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਵਿੱਚ ਉਹ ਸੁਹਿਰਦ ਨਹੀਂ ਹਾਲੇ ਤੱਕ। ਜੇ ਹੋ ਜਾਂਦੇ ਨੇ ਤਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੋਵੇਗਾ, ਕਿਉਂਕਿ ਰਿਵਾਈਵ ਕੀਤਾ ਉਹਨਾਂ ਨੇ ਇਸ ਮੂਵਮੈਂਟ ਨੂੰ। ਤੇ ਜੇ ਨਹੀਂ ਵੀ ਹੁੰਦਾ ਤਾਂ ਉਹ ਇਸ ਨੂੰ ਬੈਨੀਫਿਟ ਦੇ ਤੌਰ ਤੇ ਵੇਖਦੇ ਨੇ, ਕਿਉਂਕਿ ਯੂਪੀ ਦੇ ਵਿੱਚ ਇਲੈਕਸ਼ਨਾਂ ਨੇ, ਤੇ ਉਦੋਂ ਤੱਕ ਘੱਟੋ ਘੱਟ ਅਗਰ ਇਸ ਨੂੰ ਖਿੱਚਦੇ ਨੇ, ਪੰਜਾਬ ਨਾਲੋਂ ਸਥਿਤੀ ਵੱਖਰੀ ਆ ਉੱਥੇ, ਤੇ ਉਹਨਾਂ ਨੂੰ ਰਾਜਨੀਤਿਕ ਲਾਹਾ ਇਸ ਚੀਜ਼ ਦਾ ਜ਼ਰੂਰ ਮਿਲ ਸਕਦਾ ਜੀ। ਹੁਣ ਸੰਯੁਕਤ ਕਿਸਾਨ ਮੋਰਚੇ ਵੱਲ ਆਉਂਦੇ ਆ। ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸਾਂ ਪਿਛਲੇ ਦਿਨਾਂ ਵਿੱਚ ਕੁਝ ਕੀਤੀਆਂ ਨੇ। ਉਹਨਾਂ ਨੇ ਕਿਹਾ ਕਿ ਅਸੀਂ ਹੁਣ ਪਹਿਲਾਂ ਤਾਂ ਇਕੱਲੀ ਭਾਜਪਾ ਦਾ ਵਿਰੋਧ ਕਰਦੇ ਸੀ, ਤੇ ਹੁਣ ਅਸੀਂ ਵਿਰੋਧੀ ਪਾਰਟੀਆਂ ਦਾ ਵੀ ਵਿਰੋਧ ਕਰਨਾ ਹੈ। ਵਿਰੋਧੀ ਪਾਰਟੀਆਂ ਕਿਹੜੀਆਂ ਨੇ? ਕੀ ਕੇਂਦਰ ਦੀ ਵਿਰੋਧੀ ਧਿਰ ਕਾਂਗਰਸ ਪਾਰਟੀ, ਜਾਂ ਹੋਰ ਜਿਨ੍ਹਾਂ ਦੀਆਂ ਜ਼ਿਆਦਾ ਸੀਟਾਂ ਨੇ, ਤੇ ਪੰਜਾਬ ਦੀ ਜੇ ਪੰਜਾਬ ਵੱਲ ਉਹਨਾਂ ਦਾ ਇਸ਼ਾਰਾ ਹੋਵੇ ਤੇ ਪੰਜਾਬ ਵਿੱਚ ਵਿਰੋਧੀ ਧਿਰ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ, ਤੇ ਜਾਂ ਆਮ ਆਦਮੀ ਪਾਰਟੀ ਵੀ। ਇਹ ਸਾਰੀਆਂ ਜਿਹੜੀਆਂ ਨੇ ਪਾਰਟੀਆਂ, ਇਹਨਾਂ ਨੂੰ ਤੌਖਲੇ ਪਏ ਹੋਏ ਨੇ ਕਿ ਸਾਡੀ ਵਿਰੋਧਤਾ ਕਿਸ ਤਰੀਕੇ ਨਾਲ ਕਿਵੇਂ ਹੋਵੇਗੀ। ਪੰਜਾਬ ਵਿੱਚ ਹੋਇਆ ਵੀ ਹੈ। ਪੰਜਾਬ ਦੇ ਵਿੱਚ ਬਹੁਤ ਜਗ੍ਹਾ ਤੇ ਕਾਂਗਰਸੀ ਆਗੂਆਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਪਿੰਡਾਂ ਦੇ ਵਿੱਚ ਜਦੋਂ ਕਿਤੇ ਗਏ ਨੇ, ਇੱਕ ਯੁੱਗ ਹੈ ਕਿ ਹਰ ਇੱਕ ਦੀ ਜੇਬ ਦੇ ਵਿੱਚ ਇੱਕ ਰਿਕਾਰਡਿੰਗ ਵਾਲਾ ਕੈਮਰੇ ਵਾਲਾ ਸੋਹਣਾ ਫੋਨ ਹੈ, ਤੇ ਉਹ ਜਿੱਥੇ ਕੱਢ ਕੇ ਔਨ ਕਰ ਲੈਂਦਾ, ਤੇ ਫਿਰ ਕਿਸੇ ਨੂੰ ਗੱਲ ਔੜਦੀ ਨਹੀਂ, ਜਵਾਬ ਆਉਂਦਾ ਨਹੀਂ ਜੀ। ਜਿਸ ਵਿਅਕਤੀ ਨੇ ਇਸ ਤਰ੍ਹਾਂ ਕਿਸੇ ਨੂੰ ਮਾਰਨ ਲਈ ਹੱਥ ਵੀ ਚੁੱਕਿਆ ਹੋਇਆ ਹੋਵੇ, ਉਹ ਵੀ ਹੱਥ ਪਿਛਾਂਹ ਮੋੜ ਲੈਂਦਾ ਕਿਤੇ ਉਹੀ ਗੱਲ ਨਾ ਹੋਵੇ। ਬਿਲਕੁਲ। ਸੋ ਸਥਿਤੀ ਇਹ ਹੈ। ਹੁਣ ਪੰਜਾਬ ਦੇ ਵਿੱਚ ਇਹਨਾਂ ਨੂੰ ਵਿਰੋਧ ਦਾ ਸਾਹਮਣਾ ਵਿਰੋਧੀ ਪਾਰਟੀਆਂ ਨੂੰ ਵੀ ਕਰਨਾ ਪਏਗਾ, ਜੇ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਮੰਨ ਲਈਏ ਤਾਂ। ਪੰਜਾਬ ਦੇ ਵਿੱਚ ਸਥਿਤੀ ਕਾਫੀ ਜਿਹੜੀ ਅਜੀਬ ਹੁੰਦੀ ਜਾ ਰਹੀ ਹੈ, ਤੇ ਕਾਂਗਰਸ ਸਰਕਾਰ ਆਪਣੇ ਤਰੀਕੇ ਨਾਲ ਕਿਸਾਨਾਂ ਨੂੰ ਥੋੜ੍ਹੀ ਬਹੁਤੀ ਰਾਹਤ ਜਾਂ ਉਹਨਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਜੀ। ਇੱਕ ਵਿਧਾਨ ਸਭਾ ਦੀ ਕਮੇਟੀ ਬਣਾਈ ਗਈ ਪੰਜਾਬ ਸਰਕਾਰ ਵੱਲੋਂ। ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਜੋ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਹਿੰਸਾ ਕਰਵਾਈ ਗਈ ਜਾਂ ਹੋਈ, ਜਾਂ ਜਿਵੇਂ ਵੀ ਉਸ ਨੂੰ ਲਾ ਲਓ, ਉਸ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਖਾਮਖਾਹ ਤੌਰ ਤੇ ਘਸੀਟਿਆ ਗਿਆ, ਮਾਰਿਆ ਕੁੱਟਿਆ ਗਿਆ ਜਾਂ ਜ਼ਲੀਲ ਕੀਤਾ ਗਿਆ, ਉਹਨਾਂ ਲੋਕਾਂ ਦੇ ਕੇਸਾਂ ਦੀ ਸੁਣਵਾਈ ਕਰਨ ਲਈ ਕਮੇਟੀ ਜਿਹੜੀ ਆ, ਉਹਨਾਂ ਦੇ ਬਿਆਨ ਸੁਣ ਕੇ, ਉਹਨਾਂ ਦਾ ਪੱਖ ਜਾਣ ਕੇ ਫਿਰ ਉਸ 'ਤੇ ਕੁਝ ਨਾ ਕੁਝ ਕਾਰਵਾਈ ਕਰੇਗੀ। ਹੁਣ ਉਹ ਕਾਰਵਾਈ ਕੀ ਕਰੇਗੀ? ਕੀ ਸਰਕਾਰ ਉਹਨਾਂ ਨੂੰ ਕੋਈ ਆਪਣੇ ਤੌਰ ਤੇ ਰਾਹਤ ਦੇ ਸਕਦੀ ਹੈ? ਨਹੀਂ। ਸਰਕਾਰ ਆਪਣੇ ਤੌਰ ਤੇ ਸਿਰਫ ਇਹ ਕਹਿ ਸਕਦੀ ਹੈ ਕਿ ਅਸੀਂ ਤੁਹਾਡੇ ਕੇਸ ਦੀ ਪੈਰਵਾਈ ਕਰਾਂਗੇ। ਅਸੀਂ ਸਰਕਾਰੀ ਆਪਣੀ ਪੰਜਾਬ ਸਰਕਾਰ ਦੀ ਏਜੰਸੀ ਵੱਲੋਂ ਕੋਈ ਜਾਂਚ ਰਿਪੋਰਟ ਜਾਂ ਕੋਈ ਸਬੂਤ ਜਿਹੜੇ ਹਨ ਤੁਹਾਡੇ ਪੱਖ ਦੇ ਵਿੱਚ ਉੱਥੇ ਪੇਸ਼ ਕਰਾਂਗੇ, ਜਾਂ ਕਾਨੂੰਨੀ ਸੇਵਾਵਾਂ ਦੇ ਵਿੱਚ ਤੁਹਾਨੂੰ ਕੋਈ ਸੇਵਾ ਮੁਹੱਈਆ ਕਰਵਾਵਾਂਗੇ, ਜਾਂ ਪੰਜਾਬ ਦੇ ਸਰਕਾਰੀ ਵਕੀਲ ਜਾਂ ਕੋਈ ਹੋਰ ਪੰਜਾਬ ਸਰਕਾਰ ਦੁਆਰਾ ਹਾਇਰ ਕੀਤੇ ਹੋਏ ਵਕੀਲ ਜਿਹੜੇ ਹਨ ਤੁਹਾਡੀ ਨੁਮਾਇੰਦਗੀ ਉੱਥੇ ਕਰਨਗੇ ਦਿੱਲੀ ਦੇ ਵਿੱਚ। ਇਸ ਤਰ੍ਹਾਂ ਅੰਮ੍ਰਿਤਸਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ, ਤੇ ਪ੍ਰੋਗਰਾਮ ਦੇ ਵਿੱਚ ਕਿਸਾਨਾਂ ਨੂੰ ਜਿਹੜੇ 26 ਜਨਵਰੀ 'ਚ ਉੱਥੇ ਕਈ ਕੇਸਾਂ ਵਿੱਚ ਉਲਝ ਗਏ ਨੇ ਵਿਚਾਰੇ, ਉਹਨਾਂ ਨੂੰ ਉੱਥੇ ਸੱਦਿਆ ਗਿਆ। ਉਹ ਆ ਕੇ ਉਹਨਾਂ ਵਿੱਚੋਂ ਕੁਝ ਨੇ ਤੇ ਆ ਕੇ ਦੁਖੜਾ ਸੁਣਾਇਆ ਕਿ ਦੇਖੋ ਸਾਡੇ ਨਾਲ ਕੀ ਹੋਇਆ, ਤੇ ਕਈ ਕਹਿੰਦੇ ਨੇ ਕਿ ਸਾਨੂੰ ਬੁਲਾਇਆ ਹੀ ਨਹੀਂ, ਤੇ ਅਸੀਂ ਤੇ ਫਸੇ ਤੇ ਅਸੀਂ ਵੀ ਹੋਏ ਹਾਂ। ਇਹਨਾਂ ਨੂੰ ਪਤਾ ਵੀ ਸੀ, ਸਾਰਿਆਂ ਨੂੰ ਸੂਚੀਆਂ ਦਿੱਤੀਆਂ ਹੋਈਆਂ ਨੇ ਕਿ ਇਸ ਵਿਅਕਤੀ ਦੇ ਕੇਸ ਪਏ ਹੋਏ ਨੇ, ਤੇ ਸਾਨੂੰ ਵੀ ਦੱਸ ਦਿੰਦੇ, ਅਸੀਂ ਵੀ ਗੱਲ ਆਪਣੀ ਸੁਣਾ ਦਿੰਦੇ। ਉਸ ਤੋਂ ਕਈ ਲੋਕਾਂ ਨੇ ਉੱਥੇ ਇਲਜ਼ਾਮ ਲਾਇਆ,
ਉੱਥੇ ਨਾਅਰੇਬਾਜ਼ੀ ਵੀ ਹੋਈ, ਕਹਿੰਦੇ ਕਿ ਇਹ ਖਾਨਾ ਪੂਰਤੀ ਕਰਨ ਦੀ ਕੋਸ਼ਿਸ਼ ਨਾ ਕਰੋ, ਜੇ ਕੋਈ ਮਦਦ ਕਰਨੀ ਹੈ ਤਾਂ ਸਹੀ ਤਰੀਕੇ ਨਾਲ ਕਰੋ। ਬਿਲਕੁਲ। ਸੋ ਕਿਸਾਨ ਅੰਦੋਲਨ ਵੱਖਰੀ ਵੱਖਰੀ ਰਣਨੀਤੀ ਬਣਾ ਰਹੇ ਨੇ ਰੋਜ਼, ਕਦੀ ਪ੍ਰੈਸ ਕਲੱਬਾਂ ਦੇ ਵਿੱਚ ਜਾ ਕੇ। ਇਕਜੁੱਟਤਾ ਤੇ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ, ਪਰ ਹਰਿਆਣੇ ਦੇ ਆਗੂ ਗੁਰਨਾਮ ਸਿੰਘ ਛੜੂਨੀ ਨੇ ਕੁਝ ਦਿਨ ਪਹਿਲਾਂ ਕਹਿ ਦਿੱਤਾ ਸੀ ਕਿ ਰਾਜਨੀਤੀ ਵਿੱਚ ਵੀ ਹੱਥ ਅਜਮਾਉਣਾ ਚਾਹੀਦਾ ਹੈ। ਉਸ ਤੇ ਗੱਲਬਾਤ ਹੋ ਚੁੱਕੀ ਸਾਡੇ ਪ੍ਰੋਗਰਾਮਾਂ ਦੇ ਵਿੱਚ। ਜੀ ਜੀ, ਉਹ ਵੀ ਪੱਖ ਹੈ ਤੇ ਜ਼ਰੂਰ ਕੰਨ ਖੜਕੇ ਹੋਣਗੇ ਕਈਆਂ ਦੇ। ਕੁਰਸੀ ਕਿਸ ਨੂੰ ਮਾੜੀ ਲੱਗਦੀ ਹੈ? ਰਾਤ ਨੂੰ ਨੀਂਦ ਨਹੀਂ ਆਈ ਹੋਣੀ ਕਈਆਂ ਨੂੰ। ਇਹ ਤਾਂ ਹੁਣ ਪਤਾ ਨਹੀਂ ਕਿ ਜਿਨ੍ਹਾਂ ਦੇ ਜਿਹੜੇ ਵਿਸ਼ੇਸ਼ ਰੱਖਦੇ ਨੇ ਕਿ ਅਸੀਂ ਰਾਜਨੀਤੀ ਵਿੱਚ ਪੈਰ ਰੱਖੀਏ ਤੇ ਕੋਈ ਨਾ ਕੋਈ ਨਾਵਣਾ ਖੱਟੀਏ, ਉਹਨਾਂ ਨੂੰ ਨੀਂਦ ਨਹੀਂ ਆਈ ਕਿ ਜਿਨ੍ਹਾਂ ਨੂੰ ਜਿਹੜੇ ਪਹਿਲਾਂ ਰਾਜਨੀਤੀ ਵਿੱਚ ਹਨ ਉਹਨਾਂ ਨੂੰ ਇਹ ਸੋਚ ਕੇ ਨੀਂਦ ਨਹੀਂ ਆਈ ਵੀ ਇਹ ਆ ਗਿਆ ਤਾਂ ਫਿਰ ਸਾਡਾ ਕੀ ਬਣੇਗਾ। ਪਰ ਕਿਸਾਨੀ ਇਸ ਵੇਲੇ ਬਹੁਤ ਔਖੇ ਹਾਲਾਤਾਂ ਦੇ ਵਿੱਚੋਂ ਲੰਘ ਰਹੀ ਹੈ ਔਰ ਕਿਸਾਨ ਇਸ ਤਰ੍ਹਾਂ ਸੜਕਾਂ ਤੇ ਰੋਲ ਰਹੇ ਨੇ। ਅੱਜ ਵੀ ਜਦੋਂ ਅਸੀਂ ਪ੍ਰੋਗਰਾਮ ਰਿਕਾਰਡ ਕਰ ਰਹੇ, ਸੜਕਾਂ ਤੇ ਕਿਸਾਨ ਪੰਜਾਬ ਦੇ ਵਿੱਚ ਖਲੋਤੇ ਹੋਏ ਨੇ, ਵਿਰੋਧ ਕਰਦੇ ਹੋਏ, ਸਰਕਾਰਾਂ ਨਾਲ ਲੜਦੇ ਹੋਏ। ਜੀ, ਗੱਲ ਕਰਾਂਗੇ ਹੁਣ ਪੰਜਾਬ ਦੀ ਸਿਆਸਤ ਦੀ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪੰਜਾਬੀ ਨੈਸ਼ਨਲ ਟੀਵੀ ਤੇ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਹੁਣ ਗੱਲ ਕਰਾਂਗੇ ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਦੀ ਤੇ ਸਿੱਧੂ ਵੱਲੋਂ ਦਿੱਤੇ ਗਏ ਬਿਜਲੀ ਮੰਤਰ ਦੀ। ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਦੇ ਕੰਨ ਵਿੱਚ ਕਿਹੜੀ ਫੂਕ ਮਾਰੀ ਹੈ ਤੇ ਸੁੱਚਾ ਸਿੰਘ ਲੰਗਾ ਇੱਕ ਵਾਰ ਫਿਰ ਕਿਉਂ ਚਰਚਾ 'ਚ ਨੇ? ਕੁਲਦੀਪ ਜੀ, ਗੱਲ ਪਹਿਲਾਂ ਬਿਜਲੀ ਸੰਕਟ ਦੀ ਕਰਦੇ ਹਾਂ। ਬਿਜਲੀ ਦਾ ਸੰਕਟ ਤਾਂ ਹੈ ਹੀ ਆ, ਤੇ ਸਿੱਧੂ ਇੱਕ ਨਵਾਂ ਮੰਤਰ ਦੇ ਰਹੇ ਨੇ। ਸਿੱਧੂ ਨੇ ਕਾਫੀ ਸਾਰੇ ਨਵੇਂ ਮੰਤਰ ਦਿੱਤੇ ਨੇ। ਜਦੋਂ ਫ੍ਰੀ ਜਾਂ ਹੁੰਦੇ ਨੇ 5-6 ਇਕੱਠੇ ਟਵੀਟ ਕਰਦੇ ਨੇ ਜੀ। ਉਹਨਾਂ ਨੇ ਪਤਾ ਨਹੀਂ ਇੱਕ ਟਵੀਟ ਦੇ ਵਿੱਚ ਜ਼ਿਆਦਾ ਵਰਡਿੰਗ ਦੀ ਸ਼ਾਇਦ ਸੁਵਿਧਾ ਨਹੀਂ ਹੈ, ਪੁਆਇੰਟ ਬਣਾ ਕੇ ਫਿਰ ਲਿਖਦੇ ਨੇ ਅਸੀਂ ਆਹ ਕਰਨਾ ਹੈ, ਆਹ ਕਰਨਾ ਹੈ। ਇੱਕ ਤੇ ਉਹਨਾਂ ਨੇ ਗੱਲ ਕੀਤੀ ਹੈ ਕਿ ਸੋਲਰ ਪਾਵਰ ਦੇ ਕੁਝ ਸਮਝੌਤੇ ਜਿਹੜੇ ਸੀ ਉਹ ਇਸ ਤਰ੍ਹਾਂ ਹੋਏ ਨੇ ਅਕਾਲੀਆਂ ਦੇ ਵੇਲੇ ਤੇ ਉਹ ਸਾਨੂੰ ਮਹਿੰਗੇ ਪੈ ਰਹੇ ਨੇ। ਅਕਾਲੀ ਸਰਕਾਰ ਤੇ ਨਿਸ਼ਾਨਾ ਉਹਨਾਂ ਨੇ ਸਾਧਿਆ ਗੱਲ ਦੇ ਵਿੱਚ। ਪਰ ਜਿਹੜੇ 6 ਟਵੀਟ ਕੀਤੇ ਨੇ ਉਹਨਾਂ ਨੂੰ ਅਗਰ ਗੌਰ ਨਾਲ ਵੇਖੀਏ ਤਾਂ ਉਹਨਾਂ ਨੇ ਸਿੱਧੇ ਤੌਰ ਤੇ ਆਪਣੀ ਸਰਕਾਰ ਦੇ ਖਿਲਾਫ ਕੋਈ ਖਾਸ ਨਹੀਂ ਬੋਲਿਆ, ਜਿੱਥੋਂ ਥੋੜ੍ਹੀ ਜਿਹੀ ਸ਼ੱਕ ਪੈਣ ਲੱਗ ਜਾਂਦੀ ਕਿ ਸੁਰ ਉਹਨਾਂ ਦੇ ਨਰਮ ਹੋ ਗਏ ਨੇ, ਮੱਠੇ ਪੈ ਗਏ ਨੇ। ਤੇ ਨਾਲ ਦੀ ਨਾਲ ਇਹ ਜਦੋਂ ਗੱਲ ਇਹ ਕਰਦੇ ਨੇ ਤਾਂ ਵਿਰੋਧੀ ਧਿਰ ਨੂੰ ਕਿਸੇ ਤਰੀਕੇ ਉਹ ਜਿਹੜਾ ਨਾ ਉਹ ਬਖਸ਼ਦੇ ਨਹੀਂ। ਅਕਾਲੀ ਦਲ ਨੂੰ ਤਾਂ ਲਪੇਟਦੇ ਨੇ ਕਿ ਇਹਨਾਂ ਨੇ ਗਲਤ ਸਮਝੌਤੇ ਕੀਤੇ ਹੋਏ ਨੇ। ਜਿੰਨੀ ਦੇਰ ਤੱਕ ਇਹ ਰੱਦ ਨਹੀਂ ਹੁੰਦੇ, ਉਹਨਾਂ ਦਾ ਮੰਤਰ ਇਹੋ ਹੀ ਹੈ, ਇਹ ਰੱਦ ਨਹੀਂ ਹੁੰਦੇ ਤੇ ਸਾਡਾ ਬਣਨਾ ਕੁਝ ਨਹੀਂ। ਹੁਣ ਬਿਜਲੀ ਤੇ ਬਣਾਉਂਦੀਆਂ ਨੇ ਪ੍ਰਾਈਵੇਟ ਫਰਮਾਂ ਜਾਂ ਸਰਕਾਰੀ ਅਦਾਰੇ ਨੇ। ਸਰਕਾਰ ਦੀ ਜਿਹੜੀ ਬਿਜਲੀ ਬਣਾਉਣ ਦੀ ਸਮਰੱਥਾ ਪੰਜਾਬ ਵਿੱਚ 25% ਦੀ ਬਿਜਲੀ ਜਿਹੜੀ ਆ ਉਹ ਸਰਕਾਰੀ ਸੋਮਿਆਂ ਤੋਂ ਹੁੰਦੀ ਹੈ। ਉਹ ਹਾਈਡਲ ਪਾਵਰ ਪ੍ਰੋਜੈਕਟ ਜਿਹੜੇ ਉਹ ਤਾਂ ਬੀਤੇ ਵੇਲੇ ਦੀਆਂ ਗੱਲਾਂ ਹੋ ਗਈਆਂ ਜੀ। ਹੁਣ ਤੇ ਸੋਲਰ ਹੈ, ਬਾਇਓਮਾਸ ਹੈ ਤੇ ਕੋਲ ਫਾਇਰਡ ਜਿਹੜੇ ਨੇ ਥਰਮਲ ਪਲਾਂਟ ਨੇ। ਨਵਜੋਤ ਸਿੱਧੂ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਦਿੱਲੀ ਵਿੱਚ ਮਾਡਲ ਹੈ ਉਹ ਵੀ ਫੇਲ ਹੈ। ਆਮ ਆਦਮੀ ਪਾਰਟੀ ਇੰਨੀ ਬਿਜਲੀ ਦਿੰਦੀ ਹੈ, ਇਸ ਤਰ੍ਹਾਂ ਕਰਦੀ ਹੈ, ਇੰਨੇ ਪੈਸੇ ਖਰਚਦੀ ਹੈ। ਉਹਨਾਂ ਦਾ ਕਹਿੰਦੇ ਜਿਹੜਾ ਮਾਡਲ ਇਸ ਕਰਕੇ ਫੇਲ ਹੈ ਕਿ ਉਹ ਆਪ ਬਿਜਲੀ ਪੈਦਾ ਨਹੀਂ ਕਰਦੇ। ਉਹਨਾਂ ਦੇ ਸਮਝੌਤੇ ਜਿਹੜੇ ਰਿਲਾਇੰਸ ਤੇ ਟਾਟਾ ਵਰਗੀਆਂ ਕੰਪਨੀਆਂ ਨਾਲ ਹਨ। ਕਹਿੰਦੇ ਨੇ ਕਿ ਇੰਨੀਆਂ ਵੱਡੀਆਂ ਕੰਪਨੀਆਂ ਨੂੰ ਅਸੀਂ ਦੇ ਕੇ ਪੰਜਾਬ ਦੇ ਵਿੱਚ ਵੱਡੇ ਵੱਡੇ ਪਲਾਂਟ ਤੇ ਫਿਰ ਉਹ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਸਾਡੀ ਲੜਾਈ ਆ ਉਹ ਕਿੱਥੇ ਜਾਵੇਗੀ ਜੀ। ਵੱਡੇ ਨੂੰ ਦੇ ਦਿਓ, ਛੋਟੇ ਨੂੰ ਦੇ ਦਿਓ, ਕਾਰਪੋਰੇਟ ਤੇ ਕਾਰਪੋਰੇਟ ਹੈ। ਜਦ ਕਿ ਤੱਥ ਜਦੋਂ ਫਰੋਲੇ ਗਏ ਤੇ ਸਾਹਮਣੇ ਆਇਆ ਕਿ ਸੋਲਰ ਪਲਾਂਟ ਅਕਾਲੀ ਸਰਕਾਰ ਦੇ ਵੇਲੇ ਜੋ ਲੱਗੇ, ਮਹਿੰਗੀ ਬਿਜਲੀ ਦੇ ਸੌਦੇ ਕੀਤੇ ਗਏ ਵੱਡੀਆਂ ਕੰਪਨੀਆਂ ਦੇ ਨਾਲ। ਕਾਂਗਰਸ ਪਾਰਟੀ ਨੇ ਉਹਨਾਂ ਦੀ ਗੱਲ ਤੇ ਕੀਤੀ ਸੀ ਕਿ ਸ਼ੁਰੂ ਦੇ ਵਿੱਚ ਕਿਉਂ ਲੱਗੇ ਨੇ ਤੇ ਇਹਨਾਂ ਨੂੰ ਰੋਕੋ ਕਿਸੇ ਤਰੀਕੇ ਜੀ। ਤੇ ਖੁਦ ਵੀ ਆਪਣੇ ਇੱਕ ਵਿਧਾਇਕ ਦੇ ਨਾਂ ਤੇ ਕੰਪਨੀ ਜਿਹੜੀ ਸੀ ਉਹ ਲਾਂਚ ਕਰਕੇ ਤੇ ਉਸ ਨੂੰ ਵੀ ਬਹੁਤ ਮਹਿੰਗਾ ਜਿਹੜਾ ਸੀ ਉਹ ਠੇਕਾ ਦੇ ਦਿੱਤਾ ਗਿਆ ਬਿਜਲੀ ਪੈਦਾ ਕਰਨ ਦਾ, ਸੋਲਰ ਪਲਾਂਟ ਲਾ ਕੇ। ਤੇ ਬਿਜਲੀ ਦੀ ਡਿਵੈਲਪਮੈਂਟ ਵਾਸਤੇ 5 ਸਾਲਾਂ ਵਿੱਚ ਕੀਤਾ ਵੀ ਕੁਝ ਖਾਸ ਨਾ। ਅੱਜ ਤਾਪ ਘਰ ਜਿਹੜੇ ਨੇ ਕਈ ਉਹ ਬੰਦ ਪਏ ਨੇ। ਕਈਆਂ ਦੇ 2 ਯੂਨਿਟ ਬੰਦ ਨੇ, ਕਈਆਂ ਦੇ 3 ਬੰਦ ਨੇ, ਕਈਆਂ ਦੇ 2 ਚੱਲ ਰਹੇ ਨੇ ਫੁੱਲ ਕਪੈਸਿਟੀ ਤੇ ਇੰਨੀ ਗਰਮੀ ਦੇ ਵਿੱਚ। ਤੇ ਜੇ ਉਹਨਾਂ ਵਿੱਚੋਂ ਕੋਈ ਫੇਲ ਹੋ ਜਾਂਦਾ ਹੈ ਤੇ ਫਿਰ ਕੀ ਬਣੇਗਾ? ਤਲਵੰਡੀ ਸਾਬੋ ਵਾਲਾ ਤਾਪ ਘਰ ਜਿਹੜਾ ਹੈ ਉਹ ਉਸ ਦਾ ਜਿਹੜਾ ਤੀਸਰਾ ਯੂਨਿਟ ਹੈ ਉਹ ਬੰਦ ਹੋਣ ਦੇ ਕੰਢੇ ਤੇ ਹੈ। 2 ਵੀ ਫੁੱਲ ਕਪੈਸਿਟੀ ਤੇ ਚੱਲ ਰਹੇ ਨੇ। ਬਣਾ ਵਾਲਾ ਟੋਟਲੀ ਤਕਰੀਬਨ ਬੰਦ ਹੈ। ਉਸ ਦੇ ਕੁਝ ਪਾਰਟਸ ਆਉਣੇ ਸੀ, ਕੰਪਨੀ ਨੇ ਮੁੰਬਈ ਤੋਂ ਮੰਗਵਾਉਣੇ ਸੀ, ਉਹ ਆ ਨਹੀਂ ਰਹੇ, ਕਈ ਦਿਨ ਹੋ ਗਏ। ਉਸ ਦੇ ਇੱਕ ਜਿਹੜਾ ਮਾੜਾ ਮੋਟਾ ਚੱਲਦਾ ਸੀ ਉਹ ਵੀ ਬੰਦ ਹੋ ਗਿਆ। ਸਰਕਾਰ ਨੇ ਤੇ PSPL ਨੇ ਉਹਨਾਂ ਨੂੰ ਚਿੱਠੀ ਲਿਖ ਕੇ ਰੈਗੂਲੇਟਰੀ ਅਥਾਰਟੀ ਦੇ ਥਰੂ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਇੰਨੇ ਸਮੇਂ ਦੇ ਵਿੱਚ ਇਹਨੂੰ ਛੇਤੀ ਤੋਂ ਛੇਤੀ ਠੀਕ ਕਰੋ, ਨਹੀਂ ਤਾਂ ਤੁਹਾਡੇ ਖਿਲਾਫ ਅਨੁਸ਼ਾਸਨੀ ਕਾਰਵਾਈ ਹੋਵੇਗੀ ਤੇ ਠੋਕ ਕੇ ਜੁਰਮਾਨਾ ਲਾਵਾਂਗੇ। ਹੁਣ ਚਿੱਠੀ ਰਹੇਗੀ ਜਾਂ ਜਦੋਂ ਸਮਝੌਤੇ ਹੋਏ ਨੇ ਉਹਦੇ ਵਿੱਚ ਕੀ ਲਿਖਿਆ ਗਿਆ ਹੈ ਕਿ ਜਦੋਂ ਤੁਸੀਂ ਕੰਪਨੀ ਇਸ ਤਰ੍ਹਾਂ ਕਰਦੀ ਤਾਂ ਫਿਰ ਕਿੰਨਾ ਜੁਰਮਾਨਾ ਕਿਸ ਤਰ੍ਹਾਂ ਲਾ ਸਕਦੇ ਨੇ ਇਸ ਤਰ੍ਹਾਂ? ਜੇ ਉਸ ਦੇ ਵਿੱਚ ਕੋਈ ਇਹੋ ਜਿਹਾ ਸਿਸਟਮ ਹੋਵੇਗਾ ਫੇਰ ਹੀ ਹੋਵੇਗਾ ਨਾ ਜੁਰਮਾਨਾ ਤਾਂ। ਸਿੱਧੂ ਵੱਲ ਆਉਂਦੇ ਆ। ਸਿੱਧੂ ਨੇ ਜਿੰਨੇ ਕੁ ਟਵੀਟ ਕੀਤੇ ਨੇ ਉਹ ਕਹਿੰਦੇ ਨੇ ਕਿ ਦਿੱਲੀ ਮਾਡਲ ਫੇਲ ਹੈ, ਦਿੱਲੀ ਮਾਡਲ ਪੰਜਾਬ ਵਿੱਚ ਨਹੀਂ ਚੱਲਣਾ। ਤੇ ਮੇਰਾ ਸਵਾਲ ਫਿਰ ਇਹੋ ਹੀ ਹੈ, ਉਹ ਕਹਿੰਦੇ ਨੇ ਕਿ ਪੰਜਾਬ ਨੂੰ ਅਗਾਂਹ ਵਧਾਉਣ ਵਾਸਤੇ, ਹੁਣ ਬਿਜਲੀ ਦੀ ਗੱਲ ਛੱਡ ਦਈਏ 1 ਮਿੰਟ ਵਾਸਤੇ,
ਪੰਜਾਬ ਨੂੰ ਅਗਰ ਗਾਂਹ ਤੋਰਨਾ ਹੈ, ਤਰੱਕੀ ਦੇ ਰਸਤੇ ਤੇ ਲੈ ਕੇ ਜਾਣਾ ਹੈ, ਤੇ ਇਸ ਦੇ ਵਿੱਚ ਆਹ ਰੇਤ ਇਸ ਤਰ੍ਹਾਂ ਡਿਸਟਰੀਬਿਊਟ ਕਰੋ, ਕੇਬਲ ਮਾਫੀਆ ਤੇ ਇਸ ਤਰ੍ਹਾਂ ਕੰਮ ਕਰੋ, ਟਰਾਂਸਪੋਰਟ ਮਾਫੀਆ ਨੂੰ ਇਸ ਤਰ੍ਹਾਂ ਕਾਬੂ ਕਰੋ, ਫਲਾਂ ਕੰਮ ਸਾਰੇ ਉਹ ਗਣਾਉਂਦੇ ਨੇ, ਕਰਦੇ ਨੇ। ਰੋਡ ਮੈਪ ਪਲੈਨਿੰਗ ਸਾਰੀ ਤਿਆਰ ਕੀਤੀ, ਸੈਰ ਸਪਾਟਾ ਇਸ ਤਰ੍ਹਾਂ ਹੋਵੇ। ਪਰ ਉਹ ਕਹਿੰਦੇ ਕਿ ਗੁਜਰਾਤ ਮਾਡਲ ਵੀ ਫੇਲ ਹੈ, ਬੀਜੇਪੀ ਵਾਲਾ, ਕਿ ਗੁਜਰਾਤ ਮਾਡਲ ਦੀ ਪੂਰੇ ਭਾਰਤ ਵਿੱਚ ਗੱਲ ਚੱਲੀ ਸੀ, ਤੇ ਦਿੱਲੀ ਮਾਡਲ ਵੀ ਫੇਲ ਹੈ ਕਿਉਂਕਿ ਉੱਥੇ ਅਰਵਿੰਦ ਕੇਜਰੀਵਾਲ ਨੇ। ਜਿੰਨੇ ਉਹਨਾਂ ਨੇ ਟਵੀਟ ਕੀਤੇ ਨੇ ਉਹਨਾਂ ਨੇ ਪੂਰੀ ਵਾਹ ਲਾ ਦਿੱਤੀ ਹੈ ਕਿ ਇਸ ਦਾ ਫਾਇਦਾ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਵਿੱਚੋਂ ਕਿਸੇ ਨੂੰ ਨਾ ਹੋਵੇ। ਸਿੱਧੂ ਨੂੰ ਆਹੀ ਆਖਰੀ ਮਹੀਨੇ ਲੱਭੇ, ਸ਼ਾਇਦ ਹੋ ਸਕਦਾ, ਪਰ ਉਹਨਾਂ ਨੇ ਜਿਹੜੀ ਹੁਣ ਗੱਲ ਕੀਤੀ ਹੈ ਕਿ ਜੇ ਉਹ ਕਹਿੰਦੇ ਨੇ ਕਿ ਗੁਜਰਾਤ ਮਾਡਲ ਫੇਲ ਹੈ, ਛੱਡ ਦਿਓ, ਠੀਕ ਹੈ ਫੇਲ ਹੈ, ਦਿੱਲੀ ਮਾਡਲ ਵੀ ਫੇਲ ਹੈ, ਪਰ ਤੁਸੀਂ ਦਿੱਲੀ ਜਾ ਕੇ ਤੇ ਆਪਣੇ ਪੰਜਾਬ ਨੂੰ ਬਚਾਉਣ ਦਾ ਜਿਹੜਾ ਪੰਜਾਬ ਮਾਡਲ ਉਹ ਕਹਿੰਦੇ ਚਾਹੀਦਾ ਹੈ ਕਿ ਦਿੱਲੀ ਤੋਂ ਮੋਹਰ ਲੱਗੇਗੀ ਜਿੱਥੇ ਤੁਸੀਂ ਜਾ ਕੇ ਹਰ ਹਫ਼ਤੇ ਬਾਅਦ ਬੈਠਦੇ ਹੋ। ਬਿਲਕੁਲ। ਉਹ ਤਿਕੜੀ ਜਿਹੜੀ ਆ ਗੋਲਡਨ ਟ੍ਰਾਇੰਗਲ ਇੱਕ ਯਾਤਰਾ ਹੁੰਦੀ ਹੈ ਭਾਰਤ ਦੇ ਵਿੱਚ, ਦਿੱਲੀ, ਜੈਪੁਰ ਤੇ ਆਗਰਾ ਦੀ, ਦੁਨੀਆ ਭਰ ਤੋਂ ਸੈਲਾਨੀ ਆਉਂਦੇ ਨੇ, ਗੋਲਡਨ ਟ੍ਰਾਇੰਗਲ ਇਸ ਨੂੰ ਆਖਿਆ ਜਾਂਦਾ ਹੈ। ਇਹ ਜਿਹੜੀ ਟ੍ਰਾਇੰਗਲ ਹੈ ਕਾਂਗਰਸ ਦੀ, ਰਾਹੁਲ, ਪ੍ਰਿਅੰਕਾ ਤੇ ਸੋਨੀਆ, ਇਹ ਜਿਹੜੀ ਯਾਤਰਾ ਪੰਜਾਬ ਦੇ ਅੱਗੋਂ ਨੂੰ ਵਾਰ-ਵਾਰ ਕਰਨੀ ਪੈਂਦੀ, ਕਿੰਨੀ ਕੁ ਵਾਜਬ ਹੈ। ਮਾਡਲ ਅਸੀਂ ਪੰਜਾਬ ਦਾ ਆਪਣਾ ਲਾਗੂ ਕਰਨਾ ਤੇ ਮੋਹਰ ਉਹਨਾਂ ਨੇ ਲਾਉਣੀ ਆ। ਕੀ ਤੁਸੀਂ ਸਿਰਫ ਪੰਜੇ ਦੇ ਨਿਸ਼ਾਨ ਨੂੰ ਪਏ ਹੋਏ ਹੋ? ਤੁਸੀਂ ਆਪਣਾ ਮਾਡਲ ਲਿਆਓ, ਆਪਣਾ ਲੋਕਾਂ ਦੇ ਸਾਹਮਣੇ ਪੇਸ਼ ਕਰੋ, ਤੁਹਾਨੂੰ ਪਲੇਟਫਾਰਮ ਚਾਹੀਦਾ, ਲੋਕ ਤੁਹਾਨੂੰ ਦੇਣਗੇ ਜੀ। ਖੈਰ ਸਿੱਧੂ ਇਸ ਗੱਲ ਦਾ ਜਵਾਬ ਨਹੀਂ ਦਿੰਦੇ। ਹੁਣ ਸਿੱਧੂ ਕੋਲ ਪੰਜਾਬ ਵਾਸਤੇ ਕੀ ਪਲਾਨ ਹੈ, ਅੰਦਰ ਖਾਤੇ ਸਹੀ ਮਾਇਨਿਆਂ ਦੇ ਵਿੱਚ ਉਹ ਜਾਣਦੇ ਨੇ, ਤੇ ਇੰਨਾ ਲੰਬਾ ਸਮਾਂ ਕਿਉਂ ਨਹੀਂ ਬੋਲੇ? ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਹੈ ਕਿ ਆਹ ਹੀ ਸਮਾਂ ਸੀ ਉਹਨਾਂ ਦਾ ਗੱਲ ਕਰਨ ਦਾ, ਇਹ ਸਵਾਲ ਉਹਨਾਂ ਤੇ ਉੱਠਦਾ ਬਣਦਾ ਹੈ। ਉਹਨਾਂ ਨੇ ਇੱਕ ਹੋਰ ਗੱਲ ਦਾ ਜਵਾਬ ਦੇ ਦਿੱਤਾ ਹੈ। ਉਹ ਜਦੋਂ ਉਹਨਾਂ ਤੇ ਬਾਰ-ਬਾਰ ਗੱਲ ਕੀਤੀ ਜਾ ਰਹੀ ਸੀ ਕਿ ਬਿਜਲੀ ਮੰਤਰੀ ਦਾ ਜਦੋਂ ਉਹਨਾਂ ਨੂੰ ਅਹੁਦਾ ਦੇਣ ਦੀ ਪੇਸ਼ਕਸ਼ ਹੋਈ, ਤੇ ਉਹਨਾਂ ਨੇ ਕਿਉਂ ਨਹੀਂ ਇਹ ਗੱਲਾਂ ਕੀਤੀਆਂ ਜਿਹੜੀਆਂ ਹੁਣ ਉਹ ਸੁਝਾ ਰਹੇ ਨੇ। ਉਹ ਕਹਿੰਦੇ ਕਿ ਬਿਜਲੀ ਸਮਝੌਤਿਆਂ ਪ੍ਰਤੀ ਹਰ ਇੱਕ ਫੈਸਲਾ ਜਿਹੜਾ ਹੈ ਉਹ ਰੈਗੂਲੇਟਰੀ ਅਥਾਰਟੀ ਕਰਦੀ ਹੈ ਪੰਜਾਬ ਦੀ, ਤੇ ਰੈਗੂਲੇਟਰੀ ਅਥਾਰਟੀ ਦੇ ਉੱਪਰ ਅਧਿਕਾਰ ਸਿਰਫ ਮੁੱਖ ਮੰਤਰੀ ਦਾ, ਬਿਜਲੀ ਮੰਤਰੀ ਕੁਝ ਵੀ ਨਹੀਂ ਕਰ ਸਕਦਾ। ਸਿਰਫ ਬਿਜਲੀ ਮੰਤਰੀ ਫਿਰ ਇੱਕ ਇਲੈਕਟ੍ਰੀਸ਼ੀਅਨ ਹੈ ਪੰਜਾਬ ਦਾ। ਤੁਹਾਨੂੰ ਉਦੋਂ ਗੱਲ ਕਰਨੀ ਚਾਹੀਦੀ ਸੀ ਕਿ ਮੈਨੂੰ ਆਹ ਅਧਿਕਾਰ ਦਿਓ, ਮੈਂ ਇਹਨੂੰ ਮਹਿਕਮੇ ਨੂੰ ਚਲਾ ਕੇ ਵਿਖਾਉਣਾ ਤੁਹਾਨੂੰ। ਤੇ ਅੱਜ ਹੁਣ ਜਦੋਂ ਸਾਰੀਆਂ ਗੱਲਾਂ ਹੋ ਰਹੀਆਂ ਨੇ, ਤੇ ਹੁਣ ਮੇਰਾ ਖਿਆਲ ਹੈ ਕਿ ਦਿਨ ਗਿਆ ਬਨੇਰੇ ਤੇ ਸ਼ਰਮਿੰਦੀ ਚਰਖਾ ਫੇਰੇ ਵਾਲੀ ਗੱਲ ਹੈ ਜੀ। ਜੇ ਗੱਲ ਹੁਣ ਸਿੱਧੂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਕਰੀਏ, ਤੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਸਿਰ ਜੋੜ ਕੇ ਬੈਠੇ ਸੀ, ਤੇ ਕਿਹੜੀ ਨਸੀਹਤ ਦੀ ਪੂੜੀ ਫਿਰ ਪ੍ਰਸ਼ਾਂਤ ਕਿਸ਼ੋਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਦੇਤੀ? ਸੋਨੀਆ ਗਾਂਧੀ ਨੂੰ ਮਿਲ ਕੇ ਉਸ ਤੋਂ ਬਾਅਦ ਕਪੂਰਥਲਾ ਹਾਊਸ ਦੇ ਵਿੱਚ ਦਿੱਲੀ ਦੇ ਵਿੱਚ ਪੀਕੇ ਨੂੰ ਮਿਲੇ ਨੇ। ਪੀਕੇ ਨੂੰ ਜਦੋਂ ਮਿਲਣ ਗਏ ਨੇ ਤੇ ਵਾਹਵਾ ਲੰਬੀ ਚੌੜੀ ਗੱਲਬਾਤ ਹੋਈ ਹੈ, ਤੇ ਇਹਨਾਂ ਦੇ ਨਾਲ ਕਈ ਸੰਸਦ ਮੈਂਬਰ ਵੀ ਸਨ, ਜਸਵੀਰ ਸਿੰਘ ਡਿੰਪਾ ਵੀ ਸਨ, ਕੁਲਜੀਤ ਸਿੰਘ ਔਜਲਾ ਵੀ, ਪਰ ਉਹ ਸਾਰੇ ਬਾਹਰ ਬੈਠੇ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਕੱਲਿਆਂ ਮਿਲੇ ਨੇ। ਉਹ ਹੁਣ ਕਹਿੰਦੇ ਕਿ ਘੱਟੋ ਘੱਟ 10 ਮੈਂਬਰ ਜਿਹੜੇ ਨੇ ਪ੍ਰਸ਼ਾਂਤ ਕਿਸ਼ੋਰ ਟੀਮ ਦੇ, ਉਹ ਪੰਜਾਬ ਦੇ ਵਿੱਚ ਕੰਮ ਕਰ ਰਹੇ ਨੇ। ਉਹ ਹਰ ਵੇਲੇ ਦੀ ਮਿੰਟ ਦੀ ਰਿਪੋਰਟ ਜਿਹੜੀ ਹੈ ਤਿਆਰ ਕਰਕੇ ਪ੍ਰਸ਼ਾਂਤ ਕਿਸ਼ੋਰ ਨੂੰ ਦਿੰਦੇ ਨੇ, ਇਹ ਪੰਜਾਬ ਦੀ ਸਥਿਤੀ ਆਹ ਹੈ, ਆਹ ਹੈ, ਆਹ ਹੈ, ਸਾਨੂੰ ਆਹ ਕਰਨ ਦੀ ਲੋੜ ਹੈ ਤੇ ਆਹ ਨਹੀਂ ਕਰਨ ਦੀ ਲੋੜ। ਹੁਣ ਅੰਦਰੂਨੀ ਸੂਤਰਾਂ ਤੋਂ ਇਹ ਪਤਾ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਮੌਜੂਦਾ ਹਾਲਾਤ ਮੁਤਾਬਕ ਜੋ ਸਥਿਤੀ ਸਾਡੀ ਪੰਜਾਬ ਵਿੱਚ ਬਣੀ ਹੋਈ ਹੈ, ਉਸ ਮੁਤਾਬਕ ਚੋਣ ਜਿੱਤਣੀ ਆਸਾਨ ਨਹੀਂ। ਇਸ ਤਰ੍ਹਾਂ ਤੇ ਸ਼ਾਇਦ ਉਹ ਕਹਿ ਨਹੀਂ ਸਕਦੇ ਕਿ ਚੋਣ ਜਿੱਤਣੀ ਸਾਡੇ ਲਈ ਔਖੀ ਹੋ ਜਾਵੇਗੀ, ਆਸਾਨ ਨਹੀਂ ਉਹਨਾਂ ਨੇ ਲਫ਼ਜ਼ ਵਰਤਿਆ, ਦੋਨਾਂ 'ਚ ਫਰਕ ਪੈ ਜਾਂਦਾ। ਹੁਣ ਉਹਨਾਂ ਨੇ ਲਫ਼ਜ਼ ਕਿਉਂ ਵਰਤਿਆ? ਜਦੋਂ ਪ੍ਰਸ਼ਾਂਤ ਕਿਸ਼ੋਰ ਦੀਆਂ ਅਸੀਂ ਪੁਰਾਣੇ ਰਿਕਾਰਡ ਵੱਲ ਦੇਖਦੇ ਹਾਂ, ਤੇ ਜਿਸ ਤਰ੍ਹਾਂ ਦੀਆਂ ਭਵਿੱਖਬਾਣੀਆਂ ਉਹ ਕਰਦੇ ਨੇ, ਤੇ ਉੱਥੋਂ ਤੇ ਬਿਲਕੁਲ ਸੱਚ ਹੁੰਦੀਆਂ ਨੇ। ਹੋ ਸਕਦਾ ਕਿਤੇ ਫੇਲ ਵੀ ਹੋਏ ਹੋਣ, ਪਰ ਉਹਨਾਂ ਨੇ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਕੀਤੀਆਂ ਨੇ। ਪੰਜਾਬ ਵਿੱਚ ਜਿਹੜੀ ਉਹਨਾਂ ਨੇ ਟੀਮ ਛੱਡੀ ਹੋਈ ਹੈ, ਉਹਨਾਂ ਵੱਲੋਂ ਦਿੱਤੇ ਬਿਆਨਾਂ ਦੇ ਆਧਾਰ ਤੇ, ਉਹਨਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਸਾਰੀਆਂ ਗੱਲਾਂ ਕਹਿੰਦੇ ਕਹਿ ਦਿੱਤੀਆਂ ਨੇ ਕਿ ਤੁਸੀਂ ਕੁਝ ਕਰਨਾ ਤੇ ਤੁਹਾਨੂੰ ਆਹ ਚੀਜ਼ਾਂ ਠੀਕ ਕਰਨੀਆਂ ਪੈਣਗੀਆਂ। ਹੁਣ ਅੰਦਰੂਨੀ ਗੱਲ ਕੈਪਟਨ ਅਮਰਿੰਦਰ ਸਿੰਘ ਜਾਣਦੇ ਨੇ ਕਿ ਉਹਨਾਂ ਨੇ ਕੰਨ ਵਿੱਚ ਕੀ ਫੂਕ ਮਾਰੀ ਹੈ। ਕੁਝ ਕਰਨ ਦਾ ਵੀ ਸਬਕ ਦਿੱਤਾ ਹੀ ਹੋਊਗਾ ਵੀ 6 ਮਹੀਨਿਆਂ 'ਚ ਕੁਝ ਕਰ ਲਓ। ਇਹੋ ਹੀ ਗੱਲ ਹੈ, ਬੇਸਿਕਲੀ ਇਹੋ ਹੀ ਗੱਲ ਹੈ ਕਿ 6 ਮਹੀਨਿਆਂ ਵਿੱਚ ਤੁਹਾਨੂੰ ਆਹ ਕੰਮ ਕਰਨੇ ਪੈਣਗੇ। ਹੁਣ ਮੈਂ ਪੰਜਾਬ ਦੀ ਖੁਸ਼ਕਿਸਮਤੀ ਹੋਵੇਗੀ ਜੇ ਕੋਈ 6 ਮਹੀਨੇ ਵੀ ਇਸ ਸੂਬੇ ਵਿੱਚ ਦ੍ਰਿੜਤਾ ਨਾਲ ਤੇ ਬਿਲਕੁਲ ਸਹੀ ਤਰੀਕੇ ਨਾਲ ਮਿਹਨਤ ਨਾਲ ਲਾ ਦੇਵੇ ਤੇ ਇਸ ਦਾ ਕੁਝ ਨਾ ਕੁਝ ਬਣ ਜਾਵੇ। ਹੁਣ ਦੂਸਰੇ ਪਾਸੇ ਨੂੰ ਵੀ ਸੂਈ ਘੁੰਮਦੀ ਹੈ ਕਿ ਕਿਤੇ ਪ੍ਰਸ਼ਾਂਤ ਕਿਸ਼ੋਰ ਨੇ ਇਹ ਨਾ ਕਹਿ ਦਿੱਤਾ ਹੋਵੇ ਕਿ 6 ਮਹੀਨੇ ਇਸ ਤਰ੍ਹਾਂ ਕੰਮ ਚਲਾਈ ਜਾਓ, ਲੋਕਾਂ ਨਾਲ ਆਹ ਗੱਲਾਂ ਕਰਦੇ ਰਹੋ ਤੇ ਤੁਹਾਨੂੰ ਲੋਕਾਂ ਨੂੰ ਲੱਗੇਗਾ ਕਿ ਤੁਸੀਂ ਕੰਮ ਕਰ ਰਹੇ ਹੋ, ਤੇ ਫਿਰ ਉਹੀ ਹਾਲ। ਹੁਣ ਇਹ ਦੋ ਸੂਰਤਾਂ ਨੇ, ਇਹ ਤਾਂ ਪ੍ਰਸ਼ਾਂਤ ਕਿਸ਼ੋਰ ਜਾਣਦੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਜਾਣਦੇ ਨੇ, ਪਰ ਆਉਣ ਵਾਲੇ ਦਿਨਾਂ 'ਚ ਪਤਾ ਇਸ ਕਰਕੇ ਲੱਗ ਜਾਣਾ ਕਿ ਇਹ ਕੀ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਨਾਲ ਇਹਨਾਂ ਦੀ ਗੱਲ ਕਿਸੇ ਫਿੱਟ ਬੈਠਦੀ ਕਿ ਨਹੀਂ ਬੈਠਦੀ, ਇਸ ਗੱਲ ਦਾ ਵੀ ਪਤਾ ਲੱਗ ਜਾਵੇਗਾ। ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫੇਰ ਕਹਿ ਦਿੱਤਾ ਕਿ ਮੈਂ ਅਹੁਦੇ ਦੀ ਸਿਆਸਤ ਨਹੀਂ ਕਰਦਾ, ਮੈਨੂੰ ਅਹੁਦਿਆਂ ਦੀ ਭੁੱਖ ਨਹੀਂ।
ਚਲੋ ਚਲਦੇ ਚਲਦੇ ਸੁੱਚਾ ਸਿੰਘ ਲੰਗਾਹ ਦੀ ਵੀ ਗੱਲ ਕਰ ਲੈਂਦੇ ਆ। ਉਹ ਅੱਜ ਕੱਲ ਕਿਉਂ ਚਰਚਾ 'ਚ ਨੇ? ਗਲ ਵਿੱਚ ਪਰਨਾ ਪਾ ਕੇ ਸੁੱਚਾ ਸਿੰਘ ਲੰਗਾਹ ਦਰ-ਦਰ ਘੁੰਮ ਰਹੇ ਨੇ। ਕਹਿੰਦੇ ਨੇ ਕਿ ਮੈਂ ਗੁਰੂ ਦੇ ਦਰ ਤੇ 70 ਦਿਨਾਂ ਤੋਂ 72 ਦਿਨਾਂ ਤੋਂ ਨੰਗੇ ਪੈਰੀਂ ਆ ਰਿਹਾ, ਮੇਰੀ ਗੱਲ ਸੁਣੀ ਜਾਵੇ, ਗੁਨਾਹ ਮਾਫ ਕਰਵਾਉਣ ਲਈ, ਗੁਨਾਹ ਮਾਫ ਕੀਤੇ ਜਾਣ। ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਹੁੰਦੇ ਨੇ ਉਹ ਰੱਬ ਤੋਂ ਬਾਅਦ ਦੂਸਰਾ ਸਥਾਨ ਰੱਖਦੇ ਨੇ। ਤੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਮੇਰੇ ਬਜ਼ੁਰਗ ਮਾਂ-ਬਾਪ ਨੇ, ਬੱਚੇ ਮੇਰੇ ਵਿਆਹੁਣ ਵਾਲੇ ਨੇ, ਮੇਰੀ ਗੱਲ ਤੇ ਗੌਰ ਕੀਤਾ ਜਾਵੇ। ਗੁਨਾਹ ਕਿਸੇ ਕੋਲੋਂ ਵੀ ਹੋ ਜਾਂਦਾ ਹੈ। ਜਿਹੜੇ ਕੇਸ ਦੇ ਵਿੱਚ ਉਹ ਫਸੇ ਸਨ ਤੇ ਉਹਨਾਂ ਨੂੰ ਪੰਥ ਦੇ ਵਿੱਚੋਂ ਬੇਦਖਲ ਕਰ ਦਿੱਤਾ ਗਿਆ ਸੀ, ਛੇਕ ਦਿੱਤਾ ਗਿਆ ਸੀ। ਅਦਾਲਤ ਦੇ ਵਿੱਚ ਜਿਹੜਾ ਕੇਸ ਹੈ ਉਹ ਖਾਰਜ ਹੋ ਚੁੱਕਾ ਹੈ, ਕਿਉਂਕਿ ਸੁਲਹ ਸਫਾਈ ਹੋ ਗਈ ਤੇ ਸਾਰਾ ਕੰਮ ਖਤਮ ਹੋ ਗਿਆ। ਉਹ ਜਿਹੜਾ ਰੇਪ ਦਾ ਕੇਸ ਸੀ ਉਹ ਨਹੀਂ ਕਿਤੇ ਸਟੈਂਡ ਨਹੀਂ ਕਰਦਾ, ਉਧਰੋਂ ਫ੍ਰੀ ਹੋ ਗਏ। ਤੇ ਸੁੱਚਾ ਸਿੰਘ ਲੰਗਾਹ ਨੇ ਸੋਚਿਆ ਕਿ ਚਲੋ ਪੰਥ ਵਿੱਚ ਦੁਬਾਰਾ ਵਾਪਸੀ ਕੀਤੀ ਜਾਵੇ। ਮਾਝੇ ਦਾ ਜਰਨੈਲ ਸਾਂ ਮੈਂ ਅਕਸਰ ਇੱਕ ਦਿਨ, ਤੇ ਉਹਨਾਂ ਨੇ ਗੁਰਦਾਸ ਨੰਗਲ ਦੇ ਵਿੱਚ ਇੱਕ ਗੁਰਦੁਆਰੇ ਦੇ ਵਿੱਚ ਕੁਛ ਉੱਥੇ ਜਿਹੜੇ ਪ੍ਰਬੰਧਕ ਕਮੇਟੀ ਸੀ ਉਹਨਾਂ ਨੂੰ ਲੈ ਕੇ ਕੌਨਫੀਡੈਂਸ ਦੇ ਵਿੱਚ ਦੁਬਾਰਾ ਅੰਮ੍ਰਿਤਪਾਨ ਉੱਥੇ ਕੀਤਾ ਤੇ ਸੰਗਤ ਦੇ ਸਾਹਮਣੇ ਖਿਮਾ ਜਾਚਨਾ ਕੀਤੀ, ਤਨਖਾਹ ਲਵਾ ਕੇ ਤੇ ਦੁਬਾਰਾ ਪੰਥ ਦੇ ਵਿੱਚ ਸ਼ਾਮਲ ਹੋ ਗਏ। ਹੁਣ ਅੰਮ੍ਰਿਤਸਰ ਵਾਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਹੋਰ ਜਿੰਨੇ ਸਾਡੇ ਸਿੰਘ ਸਾਹਿਬਾਨ ਨੇ, ਉਹਨਾਂ ਨੇ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਇਹ ਕਿਸੇ ਨੂੰ ਅਥਾਰਟੀ ਨਹੀਂ ਹੈ ਕਿ ਉਹ ਇਸ ਤਰ੍ਹਾਂ ਕਰ ਦੇਣ। ਉਹਨਾਂ ਨੇ ਉਹ ਭੰਗ ਕਰ ਦਿਓ, ਹੁਣ ਰਹਿਣ ਦਿਓ, ਗੱਲ ਨਹੀਂ, ਇੱਥੇ ਆਓ ਸਾਡੇ ਕੋਲ ਦੁਬਾਰਾ ਗੱਲ ਕਰੋ, ਫੇਰ ਕਰਾਂਗੇ। ਠੀਕ ਹੈ, ਉਹਨਾਂ ਨੇ ਗੱਲ ਕੀਤੀ ਹੈ, ਪਰ ਨਾਲ ਦੀ ਨਾਲ ਅਦਾਲਤ ਦੇ ਵਿੱਚ ਇੱਕ ਪਟੀਸ਼ਨ ਪੈ ਜਾਂਦੀ ਹੈ ਜਿਸ ਦੇ ਵਿੱਚ ਚੈਲੰਜ ਕੀਤਾ ਗਿਆ ਕਿ ਸੰਵਿਧਾਨ ਦੇ ਹਿਸਾਬ ਨਾਲ, ਪੰਥ ਦੀਆਂ ਮਰਿਆਦਾਵਾਂ ਦੇ ਹਿਸਾਬ ਨਾਲ ਸੁੱਚਾ ਸਿੰਘ ਲੰਗਾਹ ਨੇ ਜੋ ਪਹਿਲਾਂ ਪੰਥ ਦੇ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕੀਤੀ ਹੈ ਗੁਰਦਾਸ ਨੰਗਲ ਦੇ ਗੁਰਦੁਆਰਾ ਸਾਹਿਬ ਤੋਂ, ਉਹ ਸਹੀ ਨਹੀਂ ਹੈ। ਇਹ ਮੁਆਫੀ ਜਿਹੜੀ ਸਿਰਫ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਆ ਕੇ ਮਿਲ ਸਕਦੀ ਹੈ ਤੇ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜੀ ਤਨਖਾਹ ਜਾਂ ਸੇਵਾ ਨੂੰ ਲਾਈ ਜਾਂਦੀ ਹੈ ਉਹਨਾਂ ਨੂੰ ਕਬੂਲ ਕਰਨੀ ਪਏਗੀ। ਇਸ ਕਰਕੇ ਉਹ ਵੈਲਿਡ ਨਹੀਂ ਹੈ। ਅਦਾਲਤ ਨੇ ਆਪਣੇ ਵੱਲੋਂ ਇਹ ਹੁਣ ਕਹਿ ਦਿੱਤਾ ਹੈ ਕਿ ਉਹ ਸਾਡੇ ਕੋਲ ਸੰਵਿਧਾਨ ਦੇ ਵਿੱਚ ਇਹੋ ਜਿਹੀ ਕੋਈ ਮੱਦ ਸਾਨੂੰ ਨਜ਼ਰ ਨਹੀਂ ਆਈ ਜਿਸ ਦੇ ਤਹਿਤ ਇਹ ਕਿਹਾ ਗਿਆ ਹੋਵੇ ਕਿ ਉਹ ਵੈਲਿਡ ਨਹੀਂ ਤੇ ਇਹ ਜ਼ਿਆਦਾ ਵੈਲਿਡ ਨੇ। ਇਸੇ ਕੌਮ ਦਾ ਅੰਦਰੂਨੀ ਮਸਲਾ, ਆਪਣੇ ਤਰੀਕੇ ਨਾਲ ਇਸ ਨੂੰ ਨਜਿੱਠ ਲੈਣ। ਅਦਾਲਤ ਦਾ ਇਸ ਦੇ ਵਿੱਚ ਕੋਈ ਬਹੁਤਾ ਕੰਮ ਨਹੀਂ। ਜੀ ਕੁਲਦੀਪ ਜੀ, ਸਮਾਂ ਹੁਣ ਸਾਡੇ ਕੋਲ ਜ਼ਿਆਦਾ ਨਹੀਂ ਹੈ। ਅਸੀਂ ਸਿਆਸਤ ਦੀਆਂ ਗੱਲਾਂ ਵੀ ਕੀਤੀਆਂ, ਕਿਸਾਨ ਅੰਦੋਲਨ ਦੀਆਂ ਵੀ ਕੀਤੀਆਂ, ਕਰੋਨਾ ਦੀਆਂ ਵੀ ਕੀਤੀਆਂ, ਤੇ ਕੋਈ ਪੋਜ਼ਿਟਿਵ ਖਬਰ ਹੈਗੀ? ਪੋਜ਼ਿਟਿਵ ਇਹ ਹੈ ਕਿ ਪੰਜਾਬ ਇਸ ਵੇਲੇ ਕਾਫੀ ਵੱਡੀ ਸੋਕੇ ਦੀ ਮਾਰ ਚੋਂ ਲੰਘ ਰਿਹਾ। ਬਿਜਲੀ ਦਾ ਸੰਕਟ ਹੈ, ਧਰਤੀ ਹੇਠਲੇ ਪਾਣੀ ਦਾ ਸੰਕਟ ਹੈ, ਝੋਨੇ ਦੀਆਂ ਫਸਲਾਂ ਦਾ, ਕਿਸਾਨ ਸੜਕਾਂ ਤੇ ਰੋਲ ਰਹੇ ਨੇ, ਪਸ਼ੂ ਪੰਛੀ ਵੀ ਜਿਹੜੇ ਗਰਮੀ ਨਾਲ ਬੇਹਾਲ ਨੇ। ਤੇ ਚੰਗੀ ਖਬਰ ਇਹ ਦੱਸੀ ਜਾ ਰਹੀ ਕਿ ਮੌਨਸੂਨ ਦੁਬਾਰਾ ਐਕਟਿਵ ਹੋ ਰਹੀ ਹੈ ਤੇ 2 ਦਿਨਾਂ ਦੇ ਵਿੱਚ 11-12 ਤਰੀਕ ਤੱਕ ਪੰਜਾਬ ਦੇ ਵਿੱਚ ਮੌਨਸੂਨ ਦੀ ਜਿਹੜੀ ਅਸਲੀ ਭਰਮੀ ਲਹਿਰ ਹੈ ਉਹ ਪਹੁੰਚ ਜਾਵੇਗੀ, ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਅੱਜ ਦਾ ਪ੍ਰੋਗਰਾਮ 'ਚ ਬਸ ਇੰਨਾ ਹੀ। ਕੁਲਦੀਪ ਜੀ, ਸਾਡੇ ਨਾਲ ਸਾਂਝ ਪਾਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।